ਤੁਸੀਂ ਸੁਣ ਰਹੇ ਹੋ ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ। ਲੇਖਕ ਡਾਕਟਰ ਜੋਸਫ ਮਰਫੀ। ਪਹਿਲੇ ਭਾਗ ਦੇ ਵਿੱਚ ਸੁਣੋ ਕਿਤਾਬ ਦੀ ਭੂਮਿਕਾ। ਇਹ ਪੁਸਤਕ ਤੁਹਾਡੇ ਜੀਵਨ ਵਿੱਚ ਚਮਤਕਾਰ ਕਰ ਸਕਦੀ ਹੈ ਅਤੇ ਪਹਿਲਾ ਚੈਪਟਰ ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਾਰੀ ਦੁਨੀਆ ਵਿੱਚ ਹਰ ਤਰ੍ਹਾਂ ਦੇ ਲੋਕਾਂ ਦੇ ਜੀਵਨ ਵਿੱਚ ਚਮਤਕਾਰ ਹੁੰਦੇ ਦੇਖੇ ਹਨ। ਚਮਤਕਾਰ ਤੁਹਾਡੇ ਨਾਲ ਵੀ ਹੋ ਸਕਦੇ ਹਨ, ਬਸ਼ਰਤੇ ਤੁਸੀਂ ਆਪਣੇ ਅਵਚੇਤਨ ਮਨ ਦੀ ਜਾਦੂਈ ਸ਼ਕਤੀ ਦਾ ਇਸਤੇਮਾਲ ਸ਼ੁਰੂ ਕਰ ਦਿਓ। ਇਹ ਪੁਸਤਕ ਤੁਹਾਨੂੰ ਇਹ ਸਿਖਾਉਣ ਲਈ ਲਿਖੀ ਗਈ ਹੈ ਕਿ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਆਪਣੀ ਤਕਦੀਰ ਕਿਵੇਂ ਬਣਾਓ। ਇਨਸਾਨ ਆਪਣੇ ਅਵਚੇਤਨ ਮਨ ਵਿੱਚ ਜਿਵੇਂ ਸੋਚਦਾ ਹੈ ਉਸੇ ਤਰ੍ਹਾਂ ਦਾ ਉਹ ਬਣ ਜਾਂਦਾ ਹੈ। ਕੀ ਤੁਸੀਂ ਇਹਨਾਂ ਸਵਾਲਾਂ ਦੇ ਜਵਾਬ ਜਾਣਦੇ ਹੋ? ਇੱਕ ਵਿਅਕਤੀ ਦੁਖੀ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਖੁਸ਼ ਕਿਉਂ ਹੁੰਦਾ ਹੈ? ਇੱਕ ਵਿਅਕਤੀ ਸੁਖੀ ਅਤੇ ਸਮਰਿੱਧ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਗਰੀਬ ਅਤੇ ਦੁਖੀ ਕਿਉਂ ਹੁੰਦਾ ਹੈ? ਇੱਕ ਵਿਅਕਤੀ ਭੈ ਭੀਤ ਤੇ ਵਿਆਕੁਲ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਆਸਥਾਵਾਨ ਤੇ ਆਤਮ ਵਿਸ਼ਵਾਸੀ ਕਿਉਂ ਹੁੰਦਾ ਹੈ? ਇੱਕ ਵਿਅਕਤੀ ਦੇ ਕੋਲ ਸੁੰਦਰ ਆਲੀਸ਼ਾਨ ਬੰਗਲਾ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਝੋਪੜ ਪੱਟੀ ਵਿੱਚ ਕਿਉਂ ਰਹਿੰਦਾ ਹੈ? ਇੱਕ ਵਿਅਕਤੀ ਬੜਾ ਸਫਲ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਬੁਰੀ ਤਰ੍ਹਾਂ ਅਸਫਲ ਕਿਉਂ ਹੁੰਦਾ ਹੈ? ਇੱਕ ਬੁਲਾਰਾ ਸਿਰਮੌਰ ਅਤੇ ਅਸਾਧਾਰਨ ਤੌਰ ਤੇ ਹਰਮਨ ਪਿਆਰਾ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਔਸਤ ਅਤੇ ਬਦਨਾਮ ਕਿਉਂ ਹੁੰਦਾ ਹੈ? ਇੱਕ ਵਿਅਕਤੀ ਆਪਣੇ ਕੰਮ ਜਾਂ ਪੇਸ਼ੇ ਵਿੱਚ ਮਾਹਰ ਕਿਉਂ ਹੁੰਦਾ ਹੈ ਜਦੋਂ ਕਿ ਦੂਜਾ ਜ਼ਿੰਦਗੀ ਭਰ ਮਿਹਨਤ ਕਰਨ ਦੇ ਬਾਵਜੂਦ ਕੁਝ ਹਾਸਲ ਕਿਉਂ ਨਹੀਂ ਕਰ ਪਾਉਂਦਾ? ਇੱਕ ਵਿਅਕਤੀ ਤਥਾਕਥਿਤ ਅਸਾਧ ਬਿਮਾਰੀ ਤੋਂ ਠੀਕ ਕਿਉਂ ਹੋ ਜਾਂਦਾ ਹੈ ਜਦੋਂ ਕਿ ਦੂਜਾ ਨਹੀਂ ਹੋ ਪਾਉਂਦਾ? ਇੰਨੇ ਸਾਰੇ ਚੰਗੇ, ਦਿਆਲੂ ਅਤੇ ਧਾਰਮਿਕ ਲੋਕ ਇੰਨੀ ਜ਼ਿਆਦਾ ਮਾਨਸਿਕ ਤੇ ਸਰੀਰਕ ਤਸੀਹੇ ਕਿਉਂ ਝੇਲਦੇ ਹਨ? ਕਈ ਅਨੈਤਿਕ ਅਤੇ ਅਧਰਮੀ ਲੋਕ ਸਫਲ, ਸਮਰਿੱਧ ਅਤੇ ਤੰਦਰੁਸਤ ਕਿਉਂ ਹੁੰਦੇ ਹਨ? ਇੱਕ ਵਿਅਕਤੀ ਦਾ ਵਿਆਹੁਤਾ ਜੀਵਨ ਸੁਖੀ ਕਿਉਂ ਹੁੰਦਾ ਹੈ ਜਦੋਂ ਕਿ ਦੂਜੇ ਦਾ ਦੁਖੀ ਤੇ ਕੁਠੰਤ ਕਿਉਂ ਹੁੰਦਾ ਹੈ? ਕੀ ਤੁਹਾਡੇ ਚੇਤਨ ਅਤੇ ਅਵਚੇਤਨ ਮਨ ਦੀ ਕਾਰਜਸ਼ੈਲੀ ਵਿੱਚ ਇਹਨਾਂ ਸਵਾਲਾਂ ਦਾ ਕੋਈ ਜਵਾਬ ਮਿਲ ਸਕਦਾ ਹੈ? ਨਿਸ਼ਚਿਤ ਤੌਰ ਤੇ ਮਿਲ ਸਕਦਾ ਹੈ। ਇਹ ਪੁਸਤਕ ਕਿਉਂ ਲਿਖੀ ਗਈ? ਇਸੇ ਤਰ੍ਹਾਂ ਦੇ ਬਹੁਤੇ ਸਵਾਲਾਂ ਦੇ ਜਵਾਬ ਦੱਸਣ ਦੀ ਡੂੰਘੀ ਇੱਛਾ ਦੇ ਕਾਰਨ ਹੀ ਮੈਨੂੰ ਇਹ ਪੁਸਤਕ ਲਿਖਣ ਦੀ ਪ੍ਰੇਰਨਾ ਮਿਲੀ। ਮੈਂ ਮਸਤਿਸ਼ਕ ਦੀ ਮੁੱਢਲੀ ਸੱਚਾਈਆਂ ਨੂੰ ਸੌਖੀ ਤੋਂ ਸੌਖੀ ਭਾਸ਼ਾ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਮੰਨਦਾ ਹਾਂ ਕਿ ਜੀਵਨ ਤੇ ਮਸਤਿਸ਼ਕ ਦੇ ਮੁੱਢਲੇ ਅਤੇ ਬੁਨਿਆਦੀ ਨਿਯਮਾਂ ਨੂੰ ਰੋਜ਼ਾਨਾ ਦੀ ਸੌਖੀ ਭਾਸ਼ਾ ਵਿੱਚ ਸਮਝਾਉਣਾ ਪੂਰੀ ਤਰ੍ਹਾਂ ਸੰਭਵ ਹੈ। ਤੁਸੀਂ ਇਸ ਪੁਸਤਕ ਵਿੱਚ ਉਹੀ ਭਾਸ਼ਾ ਪਾਓਗੇ ਜਿਹੜੀ ਅਖਬਾਰਾਂ, ਰਸਾਲਿਆਂ, ਦਫ਼ਤਰਾਂ ਅਤੇ ਘਰਾਂ ਆਦਿ ਵਿੱਚ ਮਿਲਦੀ ਹੈ। ਮੈਂ ਤੁਹਾਡੇ ਕੋਲ ਇਸ ਪੁਸਤਕ ਦਾ ਅਧਿਐਨ ਕਰਨ ਅਤੇ ਇਸ ਵਿੱਚ ਦੱਸੀਆਂ ਗਈਆਂ ਤਕਨੀਕਾਂ ਨੂੰ ਅਮਲ ਵਿੱਚ ਲਿਆਉਣ ਦਾ ਨਿਵੇਦਨ ਕਰਦਾ ਹਾਂ। ਮੈਨੂੰ ਪੂਰਾ ਯਕੀਨ ਹੈ ਕਿ ਇਸ ਤਰ੍ਹਾਂ ਕਰਨ ਨਾਲ ਤੁਸੀਂ ਉਸ ਚਮਤਕਾਰੀ ਸ਼ਕਤੀ ਨੂੰ ਜਾਣ ਪਾਓਗੇ ਜਿਹੜੀ ਕਿ ਤੁਹਾਨੂੰ ਦੁਚਿੱਤੀ, ਸੰਤਾਪ, ਉਦਾਸੀ ਅਤੇ ਅਸਫਲਤਾ ਦੀ ਹਫੜਾ ਦਫੜੀ ਤੋਂ ਬਾਹਰ ਕੱਢ ਦੇਵੇਗੀ। ਇਹ ਸ਼ਕਤੀ ਤੁਹਾਨੂੰ ਆਪਣੀ ਸੱਚੀ ਮੰਜ਼ਿਲ ਤੱਕ ਪਹੁੰਚਾਉਣ ਦਾ ਮਾਰਗ ਦਰਸ਼ਨ ਦੇਵੇਗੀ, ਤੁਹਾਡੀ ਸਮੱਸਿਆਵਾਂ ਨੂੰ ਸੁਲਝਾਏਗੀ, ਤੁਹਾਨੂੰ ਭਾਵਨਾਤਮਕ ਅਤੇ ਸਰੀਰਕ ਬੇੜੀਆਂ ਤੋਂ ਮੁਕਤ ਕਰੇਗੀ ਅਤੇ ਤੁਹਾਨੂੰ ਸੁਤੰਤਰਤਾ, ਖੁਸ਼ੀ ਤੇ ਮਾਨਸਿਕ ਸ਼ਾਂਤੀ ਦੇ ਰਾਸੀ ਮਾਰਗ ਤੇ ਪਹੁੰਚਾ ਦੇਵੇਗੀ। ਤੁਹਾਡੇ ਅਵਚੇਤਨ ਮਨ ਦੀ ਇਹ ਚਮਤਕਾਰੀ ਸ਼ਕਤੀ ਤੁਹਾਡੀ ਹਰ ਬਿਮਾਰੀ ਨੂੰ ਠੀਕ ਕਰ ਸਕਦੀ ਹੈ। ਇਹ ਤੁਹਾਨੂੰ ਦੁਬਾਰਾ ਤੰਦਰੁਸਤ, ਉਤਸ਼ਾਹੀ ਅਤੇ ਸ਼ਕਤੀਸ਼ਾਲੀ ਬਣਾ ਸਕਦੀ ਜਦੋਂ ਤੁਸੀਂ ਆਪਣੀ ਆਂਤਰਿਕ ਸ਼ਕਤੀਆਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਸੀਂ ਡਰ ਦੀ ਕੈਦ ਤੋਂ ਮੁਕਤ ਹੋ ਜਾਵੋਗੇ ਅਤੇ ਇਹੋ ਜਿਹੇ ਆਨੰਦਮਈ ਜੀਵਨ ਦਾ ਸਵਾਦ ਚੱਖ ਲਵੋਗੇ ਜਿਸ ਨੂੰ ਪਾਲ ਨੇ ਈਸ਼ਵਰ ਦੀ ਸੰਤਾਨਾਂ ਦੀ ਆਨੰਦਦਾਇਕ ਮੁਕਤੀ ਕਿਹਾ ਹੈ। ਚਮਤਕਾਰੀ ਸ਼ਕਤੀ ਕਿਵੇਂ ਪ੍ਰਾਪਤ ਕਰੀਏ? ਇਸ ਲਈ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀ ਦਾ ਸਭ ਤੋਂ ਵੱਡਾ ਸਬੂਤ ਇਹ ਹੋਵੇਗਾ ਕਿ ਸਾਡੀ ਬਿਮਾਰੀ ਠੀਕ ਹੋ ਜਾਵੇ, ਤਾਂ ਹੀ ਸਾਨੂੰ ਇਸ ਉੱਤੇ ਭਰੋਸਾ ਹੋਵੇਗਾ। ਕਈ ਸਾਲ ਪਹਿਲਾਂ ਮੈਂ ਇੱਕ ਆਪਣੇ ਟਿਊਮਰ ਦਾ ਇਲਾਜ ਕੀਤਾ ਸੀ ਜਿਸ ਨੂੰ ਡਾਕਟਰਾਂ ਦੀ ਭਾਸ਼ਾ ਵਿੱਚ ਸਰਕੋਮਾ ਕਿਹਾ ਜਾਂਦਾ ਹੈ। ਮੈਂ ਇਹ ਇਲਾਜ ਆਪਣੇ ਅਵਚੇਤਨ ਮਨ ਦੀ ਉਸ ਸ਼ਕਤੀ ਰਾਹੀਂ ਕੀਤਾ ਜਿਸ ਨੇ ਮੇਰੇ ਸਰੀਰ ਦੀ ਰਚਨਾ ਕੀਤੀ ਹੈ ਅਤੇ ਜਿਹੜੀ ਮੇਰੇ ਸਾਰੇ ਮਹੱਤਵਪੂਰਨ ਸਰੀਰਕ ਕਾਰਜਾਂ ਨੂੰ ਨਿਯੰਤਰਿਤ ਕਰਦੀ ਹੈ।
ਉਸ ਟਿਊਮਰ ਨੂੰ ਮੈਂ ਜਿਸ ਤਕਨੀਕ ਨਾਲ ਠੀਕ ਕੀਤਾ ਸੀ, ਉਹ ਤਕਨੀਕ ਇਸ ਪੁਸਤਕ ਵਿੱਚ ਅੱਗੇ ਵਿਸਤਾਰ ਨਾਲ ਦਰਸਾਈ ਗਈ ਹੈ। ਮੈਨੂੰ ਪੂਰਾ ਯਕੀਨ ਹੈ ਕਿ ਇਸ ਨਾਲ ਦੂਜਿਆਂ ਨੂੰ ਵੀ ਉਸ ਉਪਚਾਰਕ ਸ਼ਕਤੀ ਉੱਤੇ ਭਰੋਸਾ ਹੋ ਜਾਵੇਗਾ, ਜਿਹੜੀ ਕਿ ਸਾਡੇ ਸਾਰਿਆਂ ਦੇ ਅਵਚੇਤਨ ਮਨ ਦੀ ਡੂੰਘਿਆਈ ਵਿੱਚ ਮੌਜੂਦ ਹੈ। ਇੱਕ ਬਜ਼ੁਰਗ ਡਾਕਟਰ ਮਿੱਤਰ ਦੀ ਸਲਾਹ ਨਾਲ ਮੈਨੂੰ ਅਚਨਚੇਤ ਹੀ ਇਹ ਅਹਿਸਾਸ ਹੋਇਆ ਕਿ ਜਦ ਅਵਚੇਤਨ ਮਨ ਦੇ ਰਚਨਾਤਮਕ ਗਿਆਨ ਨੇ ਮੇਰਾ ਪੂਰਾ ਸਰੀਰ ਅਤੇ ਇਹ ਸਾਰੇ ਅੰਗ ਬਣਾਏ ਹਨ, ਤਾਂ ਇਹ ਆਪਣੀ ਬਣਾਈ ਹੋਈ ਚੀਜ਼ ਨੂੰ ਠੀਕ ਕਿਉਂ ਨਹੀਂ ਕਰ ਸਕਦਾ। ਪੁਰਾਣੀ ਮਨੌਤ ਹੈ, ਡਾਕਟਰ ਸੱਟ ਉੱਤੇ ਪੱਟੀ ਕਰਦਾ ਹੈ, ਈਸ਼ਵਰ ਉਸ ਨੂੰ ਠੀਕ ਕਰਦਾ ਹੈ। ਕਾਰਗਰ ਪ੍ਰਾਰਥਨਾ ਨਾਲ ਚਮਤਕਾਰ ਹੁੰਦੇ ਹਨ। ਵਿਗਿਆਨਕ ਪ੍ਰਾਰਥਨਾ ਮਸਤਿਸ਼ਕ ਦੇ ਚੇਤਨ ਅਤੇ ਅਵਚੇਤਨ ਸਤਰਾਂ ਦੇ ਵਿਚਕਾਰ ਦੀ ਇਹੋ ਜਿਹੀ ਇਕਸਾਰਤਾਪੂਰਨ ਆਪਸੀ ਪ੍ਰਕਿਰਿਆ ਹੈ, ਜਿਸ ਨਾਲ ਕਿਸੇ ਖਾਸ ਉਦੇਸ਼ ਨੂੰ ਪਾਉਣ ਲਈ ਵਿਗਿਆਨਕ ਤਰੀਕਿਆਂ ਨੂੰ ਨਿਰਦੇਸ਼ਿਤ ਕੀਤਾ ਜਾਂਦਾ ਹੈ। ਇਹ ਪੁਸਤਕ ਤੁਹਾਡੇ ਅੰਦਰ ਛੁਪੀ ਹੋਈ ਅਨੰਤ ਸ਼ਕਤੀ ਨੂੰ ਇਸਤੇਮਾਲ ਕਰਨ ਦਾ ਵਿਗਿਆਨਕ ਤਰੀਕਾ ਸਿਖਾਏਗੀ। ਇਹ ਪੁਸਤਕ ਤੁਹਾਨੂੰ ਉਹ ਸਾਰਾ ਕੁਝ ਪਾਉਣ ਲਈ ਸਮਰੱਥ ਬਣਾਏਗੀ ਜਿਹੜੀ ਤੁਸੀਂ ਜੀਵਨ ਵਿੱਚ ਸੱਚਮੁੱਚ ਚਾਹੁੰਦੇ ਹੋ। ਤੁਸੀਂ ਜ਼ਿਆਦਾ ਸੁਖੀ, ਪੂਰਨ ਤੇ ਸਮਰਿੱਧ ਜੀਵਨ ਚਾਹੁੰਦੇ ਹੋ। ਇਸ ਚਮਤਕਾਰੀ ਸ਼ਕਤੀ ਦਾ ਇਸਤੇਮਾਲ ਕਰਕੇ ਆਪਣੇ ਰੋਜ਼ਾਨਾ ਦੇ ਜੀਵਨ ਨੂੰ ਸੁਖੀ ਬਣਾਓ, ਆਪਣੇ ਕੰਮ ਧੰਦਿਆਂ ਦੀਆਂ ਸਮੱਸਿਆਵਾਂ ਨੂੰ ਸੁਲਝਾਓ ਤੇ ਪਰਿਵਾਰਕ ਰਿਸ਼ਤਿਆਂ ਵਿੱਚ ਮਿਠਾਸ ਲਿਆਓ। ਇਸ ਪੁਸਤਕ ਨੂੰ ਵਾਰ-ਵਾਰ ਪੜ੍ਹੋ। ਇਸ ਤੋਂ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਇਹ ਅਦਭੁਤ ਸ਼ਕਤੀ ਕਿਵੇਂ ਕੰਮ ਕਰਦੀ ਹੈ ਅਤੇ ਤੁਸੀਂ ਆਪਣੇ ਅੰਦਰ ਛੁਪੀ ਹੋਈ ਪ੍ਰੇਰਨਾ ਅਤੇ ਬੁੱਧੀਮਾਨੀ ਨੂੰ ਸਾਹਮਣੇ ਕਿਵੇਂ ਲਿਆ ਸਕਦੇ ਹੋ। ਚੇਤਨ ਮਨ ਨੂੰ ਪ੍ਰਭਾਵਿਤ ਕਰਨ ਦੀਆਂ ਸੌਖੀਆਂ ਤਕਨੀਕਾਂ ਸਿੱਖ ਲਵੋ। ਆਪਣੀ ਸ਼ਕਤੀ ਦੇ ਅਨੰਤ ਭੰਡਾਰ ਨੂੰ ਇਸਤੇਮਾਲ ਕਰਨ ਦਾ ਨਵਾਂ ਵਿਗਿਆਨਕ ਤਰੀਕਾ ਅਪਣਾਓ। ਇਸ ਪੁਸਤਕ ਨੂੰ ਬੜੇ ਧਿਆਨ, ਇਮਾਨਦਾਰੀ ਅਤੇ ਪ੍ਰੇਮ ਨਾਲ ਪੜ੍ਹੋ। ਵਿਸ਼ਵਾਸ ਰੱਖੋ ਕਿ ਇਹ ਤੁਹਾਡੀ ਹੈਰਾਨਕੁਨ ਮਦਦ ਕਰ ਸਕਦੀ ਹੈ। ਹੋ ਸਕਦਾ ਹੈ ਅਤੇ ਮੇਰਾ ਮੰਨਣਾ ਹੈ ਇੰਜ ਹੀ ਹੋਵੇਗਾ। ਇਹ ਤੁਹਾਡੇ ਜੀਵਨ ਦਾ ਨਿਰਣਾਇਕ ਮੋੜ ਸਾਬਤ ਹੋਵੇ। ਹਰ ਵਿਅਕਤੀ ਪ੍ਰਾਰਥਨਾ ਕਰਦਾ ਹੈ। ਕੀ ਤੁਸੀਂ ਜਾਣਦੇ ਹੋ ਕਾਰਗਰ ਪ੍ਰਾਰਥਨਾ ਕਿਵੇਂ ਕੀਤੀ ਜਾਂਦੀ ਹੈ? ਕਿੰਨੇ ਲੰਮੇ ਸਮੇਂ ਤੋਂ ਨਿਯਮਤ ਪ੍ਰਾਰਥਨਾ ਕਰਨਾ ਛੱਡ ਦਿੱਤਾ ਹੈ। ਆਮ ਤੌਰ ਤੇ ਖਤਰੇ ਜਾਂ ਮੁਸੀਬਤ, ਬਿਮਾਰੀ ਜਾਂ ਮੌਤ ਦੇ ਨਜ਼ਦੀਕ ਆਉਣ ਤੇ ਜਾਂ ਵਿਖੜੇ ਵੇਲੇ ਵਿੱਚ ਪ੍ਰਾਰਥਨਾਵਾਂ ਮੂੰਹੋਂ ਕਿਉਂ ਨਿਕਲਦੀਆਂ ਹਨ। ਰੋਜ਼ਾਨਾ ਦੀਆਂ ਖਬਰਾਂ ਉੱਤੇ ਨਜ਼ਰਸਾਨੀ ਕਰੋ। ਦੇਸ਼ ਵਾਸੀ ਕਿਸੇ ਅਸਾਧ ਬਿਮਾਰੀ ਤੋਂ ਪੀੜਤ ਬੱਚੇ ਲਈ ਪ੍ਰਾਰਥਨਾ ਕਰ ਰਹੇ ਹਨ। ਦੇਸ਼ਾਂ ਵਿਚਕਾਰ ਅਮਨ ਵਾਸਤੇ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਕਿਸੇ ਖਦਾਨ ਅੰਦਰ ਪਾਣੀ ਭਰ ਜਾਣ ਕਾਰਨ ਫਸੇ ਹੋਏ ਖਨਕਾਂ ਲਈ ਪ੍ਰਾਰਥਨਾ ਕੀਤੀਆਂ ਜਾ ਰਹੀਆਂ ਹਨ। ਬਚਣ ਤੋਂ ਬਾਅਦ ਉਹਨਾਂ ਨੇ ਵੀ ਇਹ ਦੱਸਿਆ ਕਿ ਉਹਨਾਂ ਨੇ ਵੀ ਬਚਾਅ ਦਾ ਇੰਤਜ਼ਾਰ ਕਰਨ ਵੇਲੇ ਪ੍ਰਾਰਥਨਾ ਕੀਤੀ ਸੀ। ਬੇਸ਼ੱਕ ਮੁਸੀਬਤ ਵੇਲੇ ਪ੍ਰਾਰਥਨਾ ਹਮੇਸ਼ਾ ਮਦਦ ਕਰਦੀ ਹੈ, ਲੇਕਿਨ ਪ੍ਰਾਰਥਨਾ ਨੂੰ ਆਪਣੇ ਜੀਵਨ ਦਾ ਅਖੰਡ ਤੇ ਸਿਰਜਣਾਤਮਕ ਹਿੱਸਾ ਬਣਾਉਣ ਲਈ ਅਸੀਂ ਮੁਸੀਬਤ ਦਾ ਇੰਤਜ਼ਾਰ ਕਿਉਂ ਕਰੀਏ। ਪ੍ਰਾਰਥਨਾ ਦੇ ਨਾਟਕੀ ਚਮਤਕਾਰ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਛਪਦੇ ਰਹਿੰਦੇ ਹਨ, ਜਿਹੜੇ ਇਸ ਗੱਲ ਦਾ ਸਬੂਤ ਹਨ ਕਿ ਪ੍ਰਾਰਥਨਾ ਕਾਰਗਰ ਹੁੰਦੀ ਹੈ। ਲੇਕਿਨ ਪ੍ਰਾਰਥਨਾ ਦੇ ਹੋਰ ਪ੍ਰਕਾਰ ਵੀ ਹਨ, ਜਿਵੇਂ ਬੱਚਿਆਂ ਦੀਆਂ ਨਿੱਕੀਆਂ-ਨਿੱਕੀਆਂ ਪ੍ਰਾਰਥਨਾਵਾਂ, ਹਰ ਦਿਨ ਰੋਟੀ ਖਾਣ ਵੇਲੇ ਰੱਬ ਦੀ ਯਾਦ, ਰੱਬ ਨਾਲ ਸੰਚਾਰਨ ਦੀ ਇੱਛਾ ਨਾਲ ਕੀਤੀ ਗਈ ਧਾਰਮਿਕ ਅਰਾਧਨਾ। ਮੈਂ ਬੜੇ ਲੰਬੇ ਸਮੇਂ ਤੱਕ ਪ੍ਰਾਰਥਨਾ ਦੀਆਂ ਵਿਭਿੰਨ ਵਿਧੀਆਂ ਦਾ ਅਧਿਐਨ ਕੀਤਾ ਹੈ। ਮੈਂ ਆਪ ਵੀ ਆਪਣੇ ਜੀਵਨ ਵਿੱਚ ਇਸ ਦੀ ਸ਼ਕਤੀ ਨੂੰ ਮਹਿਸੂਸ ਕੀਤਾ ਹੈ। ਇਸ ਤੋਂ ਇਲਾਵਾ ਮੈਂ ਕਈ ਇਹੋ ਜਿਹੇ ਲੋਕਾਂ ਨਾਲ ਵੀ ਗੱਲਬਾਤ ਤੇ ਕੰਮ ਕੀਤਾ ਹੈ ਜਿਨ੍ਹਾਂ ਨੂੰ ਪ੍ਰਾਰਥਨਾਵਾਂ ਨਾਲ ਬੜਾ ਫਾਇਦਾ ਹੋਇਆ ਹੈ। ਆਮ ਤੌਰ ਤੇ ਸਮੱਸਿਆ ਇਹ ਆਉਂਦੀ ਹੈ ਕਿ ਕਿਸੇ ਦੂਜੇ ਨੂੰ ਪ੍ਰਾਰਥਨਾ ਕਰਨਾ ਕਿਵੇਂ ਸਿਖਾਇਆ ਜਾਵੇ। ਮੁਸੀਬਤ ਵਿੱਚ ਫਸੇ ਹੋਏ ਲੋਕਾਂ ਲਈ ਤਾਰਕਿਕ ਢੰਗ ਨਾਲ ਸੋਚਣਾ ਤੇ ਕੰਮ ਕਰਨਾ ਮੁਸ਼ਕਲ ਹੁੰਦਾ ਹੈ। ਉਹਨਾਂ ਦੀਆਂ ਸਮੱਸਿਆਵਾਂ ਉਹਨਾਂ ਤੇ ਹਾਵੀ ਹੋ ਜਾਂਦੀਆਂ ਹਨ ਅਤੇ ਸੁਣਨ ਸਮਝਣ ਦੀ ਸਮਰੱਥਾ ਨੂੰ ਘੱਟ ਕਰ ਦਿੰਦੀਆਂ ਹਨ। ਉਹਨਾਂ ਨੂੰ ਕੋਈ ਸੌਖਾ ਜਿਹਾ ਫਾਰਮੂਲਾ ਚਾਹੀਦਾ ਹੈ ਜਿਸ ਦੀ ਉਹ ਪਾਲਣਾ ਕਰ ਸਕਣ, ਕੋਈ ਕਾਰਗਰ ਤਰੀਕਾ ਜਿਹੜਾ ਸੌਖਾ ਤੇ ਖਾਸ ਹੋਵੇ। ਇਸ ਪੁਸਤਕ ਦੀ ਅਨੂਠੀ ਵਿਸ਼ੇਸ਼ਤਾ ਇਹ ਹੈ ਕਿ ਇਹ ਵਿਵਹਾਰਕ ਤੇ ਯਥਾਰਥਪੂਰਵਕ ਹੈ। ਇਸ ਵਿੱਚ ਤੁਹਾਨੂੰ ਸੌਖੀਆਂ ਤਕਨੀਕਾਂ ਤੇ ਕਾਰਗਰ ਫਾਰਮੂਲੇ ਮਿਲਣਗੇ।
ਜਿਨ੍ਹਾਂ ਨੂੰ ਤੁਸੀਂ ਰੋਜ਼ਾਨਾ ਦੇ ਜੀਵਨ ਵਿੱਚ ਆਜ਼ਮਾ ਸਕਦੇ ਹੋ। ਇਹ ਸੌਖੀਆਂ ਤਕਨੀਕਾਂ ਮੈਂ ਦੁਨੀਆ ਭਰ ਦੇ ਲੋਕਾਂ ਨੂੰ ਸਿਖਲਾਈ ਹੈ। ਇਸ ਪੁਸਤਕ ਦੀਆਂ ਕੁਝ ਗੱਲਾਂ ਖਾਸ ਤੌਰ 'ਤੇ ਤੁਹਾਡੀ ਮਦਦ ਕਰਨਗੀਆਂ। ਇਸ ਵਿੱਚ ਇਹ ਰਹੱਸ ਖੋਲ੍ਹਿਆ ਗਿਆ ਹੈ ਕਿ ਤੁਸੀਂ ਜਿਸ ਵਸਤ ਲਈ ਪ੍ਰਾਰਥਨਾ ਕਰਦੇ ਹੋ, ਅਕਸਰ ਤੁਹਾਨੂੰ ਉਸ ਦੇ ਉਲਟ ਨਤੀਜੇ ਕਿਉਂ ਮਿਲਦੇ ਹਨ। ਦੁਨੀਆ ਭਰ ਦੇ ਹਜ਼ਾਰਾਂ ਹੀ ਲੋਕਾਂ ਨੇ ਮੈਨੂੰ ਪੁੱਛਿਆ, ਵਾਰ-ਵਾਰ ਪ੍ਰਾਰਥਨਾ ਕਰਨ ਦੇ ਬਾਵਜੂਦ ਮੈਨੂੰ ਮੰਗੀ ਹੋਈ ਚੀਜ਼ ਕਿਉਂ ਨਹੀਂ ਮਿਲੀ। ਇਸ ਪੁਸਤਕ ਵਿੱਚ ਤੁਹਾਨੂੰ ਇਸ ਦਾ ਕਾਰਨ ਪਤਾ ਚੱਲ ਜਾਵੇਗਾ। ਇਸ ਵਿੱਚ ਅਵਚੇਤਨ ਮਨ ਨੂੰ ਪ੍ਰਭਾਵਿਤ ਕਰਨ ਤੇ ਸਹੀ ਜਵਾਬ ਪਾਉਣ ਦੇ ਤਰੀਕਿਆਂ ਦਾ ਜਿਹੜਾ ਸਪਸ਼ਟੀਕਰਨ ਦਿੱਤਾ ਗਿਆ ਹੈ, ਉਸ ਨਾਲ ਇਹ ਅਸਧਾਰਨ ਤੌਰ 'ਤੇ ਹੋਰ ਮੁੱਲਵਾਨ ਬਣ ਜਾਂਦੀ ਹੈ। ਇਹ ਔਖੇ ਵੇਲੇ ਹਮੇਸ਼ਾ ਮਦਦ ਕਰੇਗੀ। ਤੁਸੀਂ ਕਿਸ ਚੀਜ਼ 'ਤੇ ਭਰੋਸਾ ਕਰਦੇ ਹੋ? ਬਹੁਤ ਸਾਰੇ ਲੋਕ ਸੋਚਦੇ ਹਨ ਕਿ ਵਿਅਕਤੀ ਦੀ ਪ੍ਰਾਰਥਨਾ ਦਾ ਜਵਾਬ ਉਸ ਚੀਜ਼ ਦੇ ਕਾਰਨ ਮਿਲਦਾ ਹੈ ਜਿਸ ਵਿੱਚ ਉਹ ਵਿਸ਼ਵਾਸ ਕਰਦਾ ਹੈ। ਇੰਜ ਨਹੀਂ ਹੈ। ਉਸ ਨੂੰ ਤਾਂ ਜਵਾਬ ਆਪਣੇ ਵਿਸ਼ਵਾਸ ਦੇ ਕਾਰਨ ਮਿਲਦਾ ਹੈ। ਪ੍ਰਾਰਥਨਾ ਦਾ ਫਲ ਤਾਂ ਤਦ ਹੀ ਮਿਲਦਾ ਹੈ ਜਦ ਵਿਅਕਤੀ ਦਾ ਅਵਚੇਤਨ ਮਨ ਉਸ ਵਿਅਕਤੀ ਦੀ ਮਾਨਸਿਕ ਤਸਵੀਰ ਜਾਂ ਵਿਚਾਰ 'ਤੇ ਪ੍ਰਤੀਕਿਰਿਆ ਕਰਕੇ ਉਸ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ। ਵਿਸ਼ਵਾਸ ਦਾ ਇਹ ਨਿਯਮ ਦੁਨੀਆ ਦੇ ਸਾਰੇ ਧਰਮਾਂ ਦਾ ਗੁਪਤ ਸਿਧਾਂਤ ਹੈ। ਇਹ ਉਹਨਾਂ ਦੇ ਮਨੋਵਿਗਿਆਨਕ ਸੱਤ ਦਾ ਛੁਪਿਆ ਹੋਇਆ ਕਾਰਨ ਹੈ। ਧਾਰਮਿਕ ਵਿਭਿੰਨਤਾ ਦੇ ਬਾਵਜੂਦ ਬੌਧ, ਈਸਾਈ, ਮੁਸਲਿਮ ਤੇ ਯਹੂਦੀ ਲੋਕਾਂ ਨੂੰ ਆਪਣੀ ਪ੍ਰਾਰਥਨਾਵਾਂ ਦੇ ਜਵਾਬ ਮਿਲਦੇ ਹਨ। ਇੰਜ ਕਿਵੇਂ ਹੋ ਸਕਦਾ ਹੈ? ਇਸ ਦਾ ਕਾਰਨ ਇਹ ਹੈ ਕਿ ਪ੍ਰਾਰਥਨਾਵਾਂ ਦੇ ਜਵਾਬ ਕਿਸੇ ਖਾਸ ਆਸਥਾ, ਧਰਮ, ਜੁੜਾਅ, ਕਰਮਕਾਂਡ, ਸੰਸਕਾਰ, ਅਰਾਧਨਾ, ਭਜਨ, ਮੰਤਰ, ਬਲੀ ਜਾਂ ਚੜ੍ਹਾਵੇ ਕਾਰਨ ਨਹੀਂ ਮਿਲਦੇ। ਜਵਾਬ ਤਾਂ ਉਸ ਆਸਥਾ ਜਾਂ ਮਾਨਸਿਕ ਸਵੀਕ੍ਰਿਤੀ ਦੇ ਕਾਰਨ ਮਿਲਦੇ ਹਨ ਜਿਸ ਦੇ ਨਾਲ ਪ੍ਰਾਰਥਨਾ ਕੀਤੀ ਜਾਂਦੀ ਹੈ। ਜੀਵਨ ਦਾ ਨਿਯਮ ਆਸਥਾ ਦਾ ਨਿਯਮ ਹੈ। ਆਸਥਾ ਜਾਂ ਵਿਸ਼ਵਾਸ ਨੂੰ ਸੰਖੇਪ ਵਿੱਚ ਤੁਸੀਂ ਮਨ ਜਾਂ ਮਸਤਿਸ਼ਕ ਦਾ ਵਿਚਾਰ ਕਹਿ ਸਕਦੇ ਹੋ। ਵਿਅਕਤੀ ਕਿਵੇਂ ਸੋਚਦਾ ਹੈ, ਮਹਿਸੂਸ ਅਤੇ ਵਿਸ਼ਵਾਸ ਕਰਦਾ ਹੈ, ਉਂਝ ਦੇ ਹੀ ਉਸ ਦਾ ਮਨ, ਸਰੀਰ ਤੇ ਹਾਲਾਤ ਹੁੰਦੇ ਹਨ। ਤੁਸੀਂ ਕੀ ਕਰ ਰਹੇ ਹੋ ਅਤੇ ਕਿਉਂ ਕਰ ਰਹੇ ਹੋ, ਇਹ ਜਾਣ ਲੈਣ ਦੇ ਬਾਅਦ ਤੁਸੀਂ ਅਵਚੇਤਨ ਮਨ ਦੀ ਮਦਦ ਨਾਲ ਇਹੋ ਜਿਹੀ ਤਕਨੀਕ ਤਿਆਰ ਕਰ ਸਕਦੇ ਹੋ ਜਿਹੜੀ ਤੁਹਾਨੂੰ ਜੀਵਨ ਦੀਆਂ ਸਾਰੀਆਂ ਚੰਗੀਆਂ ਚੀਜ਼ਾਂ ਦਿਲਾਉਣ। ਸਫਲ ਪ੍ਰਾਰਥਨਾ ਦਾ ਅਸਲ ਅਰਥ ਮਨੋਕਾਮਨਾ ਪੂਰੀ ਹੋਣਾ ਹੈ। ਇੱਛਾ ਪ੍ਰਾਰਥਨਾ ਹੈ। ਹਰ ਵਿਅਕਤੀ ਸਿਹਤ, ਖੁਸ਼ੀ, ਸੁਰੱਖਿਆ, ਮਾਨਸਿਕ ਸ਼ਾਂਤੀ ਤੇ ਸੱਚੀ ਅਭਿਵਿਅਕਤੀ ਦੀ ਇੱਛਾ ਰੱਖਦਾ ਹੈ। ਲੇਕਿਨ ਸਾਡੇ ਵਿੱਚੋਂ ਕਿੰਨੇ ਲੋਕ ਇਹਨਾਂ ਨੂੰ ਪਾ ਲੈਂਦੇ ਹਨ? ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕੁਝ ਸਮਾਂ ਪਹਿਲਾਂ ਮੈਨੂੰ ਕਿਹਾ ਸੀ, ਮੈਂ ਜਾਣਦਾ ਹਾਂ ਕਿ ਜੇਕਰ ਮੈਂ ਆਪਣੇ ਮਾਨਸਿਕ ਨਜ਼ਰੀਏ ਨੂੰ ਬਦਲ ਲਵਾਂ ਅਤੇ ਆਪਣੇ ਭਾਵਨਾਤਮਕ ਜੀਵਨ ਨੂੰ ਨਵੀਂ ਦਿਸ਼ਾ ਦੇ ਦੇਵਾਂ ਤਾਂ ਮੇਰੇ ਹਿਰਦੇ ਦੀ ਸਥਿਤੀ ਸੁਧਰ ਜਾਵੇਗੀ। ਮੈਂ ਇਹ ਗੱਲ ਜਾਣਦਾ ਹਾਂ। ਪਰੇਸ਼ਾਨੀ ਇਹ ਹੈ ਕਿ ਮੇਰੇ ਕੋਲ ਇੰਜ ਕਰਨ ਦੀ ਕੋਈ ਤਕਨੀਕ, ਪ੍ਰਕਿਰਿਆ ਜਾਂ ਕਾਰਜ-ਵਿਧੀ ਨਹੀਂ ਹੈ। ਮੇਰਾ ਮਨ, ਮਸਤਿਸ਼ਕ ਕਈ ਸਮੱਸਿਆਵਾਂ ਉੱਤੇ ਇੱਥੇ-ਉੱਥੇ ਭਟਕਦਾ ਰਹਿੰਦਾ ਹੈ ਅਤੇ ਮੈਂ ਕੁਠਿਤ, ਦੁਖੀ ਤੇ ਹਾਰਿਆ ਹੋਇਆ ਮਹਿਸੂਸ ਕਰਦਾ ਹਾਂ। ਇਸ ਪ੍ਰੋਫੈਸਰ ਦੇ ਮਨ ਵਿੱਚ ਸੰਪੂਰਨ ਸਿਹਤ ਦੀ ਇੱਛਾ ਸੀ। ਉਸ ਨੂੰ ਤਾਂ ਕੇਵਲ ਇਸ ਦਾ ਗਿਆਨ ਨਹੀਂ ਸੀ ਕਿ ਉਸ ਦਾ ਦਿਮਾਗ ਕਿਵੇਂ ਕੰਮ ਕਰਦਾ ਹੈ। ਇਸ ਗਿਆਨ ਨਾਲ ਉਹ ਆਪਣੀ ਮਨੌਤ ਪੂਰੀ ਕਰ ਸਕਦਾ ਸੀ ਅਤੇ ਇਹੀ ਹੋਇਆ। ਇਸ ਪੁਸਤਕ ਵਿੱਚ ਦੱਸੀਆਂ ਗਈਆਂ ਉਪਚਾਰਕ ਵਿਧੀਆਂ ਦੇ ਪ੍ਰਯੋਗ ਨਾਲ ਉਹ ਪੂਰਨ ਤੌਰ 'ਤੇ ਸਿਹਤਮੰਦ ਹੋ ਗਿਆ। ਸਾਰੇ ਵਿਅਕਤੀਆਂ ਵਿੱਚ ਸਦੀਵੀ ਮਸਤਿਸ਼ਕ ਅੰਸ਼ ਹੈ। ਤੁਹਾਡੇ ਅਵਚੇਤਨ ਮਨ ਦੀ ਚਮਤਕਾਰੀ ਸ਼ਕਤੀਆਂ ਉਸ ਸਮੇਂ ਵੀ ਮੌਜੂਦ ਸਨ ਜਦ ਤੁਸੀਂ ਜਾਂ ਮੈਂ ਪੈਦਾ ਵੀ ਨਹੀਂ ਹੋਏ ਸਨ, ਜਦ ਕੋਈ ਚਰਚ ਨਹੀਂ ਸੀ, ਜਦ ਦੁਨੀਆ ਹੀ ਨਹੀਂ ਸੀ। ਜੀਵਨ ਦੀ ਮਹਾਨ ਸਦੀਵੀ ਸੱਚਾਈਆਂ ਤੇ ਸਿਧਾਂਤ ਉਸ ਸਮੇਂ ਵੀ ਮੌਜੂਦ ਸਨ ਜਦ ਕੋਈ ਧਰਮ ਸ਼ੁਰੂ ਵੀ ਨਹੀਂ ਹੋਇਆ ਸੀ। ਮੈਂ ਤੁਹਾਨੂੰ ਨਿਵੇਦਨ ਕਰਦਾ ਹਾਂ ਕਿ ਅੱਗੇ ਆਉਣ ਵਾਲੇ ਅਧਿਆਇ ਵਿੱਚ ਤੁਸੀਂ ਇਸ ਅਦਭੁਤ, ਜਾਦੂਈ, ਕਾਇਆ ਪਲਟ ਕਰ ਦੇਣ ਵਾਲੀ ਸ਼ਕਤੀ ਤੇ ਉਸ ਦੀ ਉਪਯੋਗਤਾ ਨੂੰ ਚੰਗੀ ਤਰ੍ਹਾਂ ਨਾਲ ਜਾਣ ਲਵੋਗੇ। ਇਹ ਮਾਨਸਿਕ ਤੇ ਸਰੀਰਕ ਸੱਟਾਂ ਦੇ ਘਾਅ ਨੂੰ ਭਰ ਦੇਵੇਗੀ, ਡਰੇ ਹੋਏ ਮਨ ਨੂੰ ਹੌਸਲਾ ਦੇਵੇਗੀ ਅਤੇ ਤੁਹਾਨੂੰ ਗਰੀਬੀ, ਅਸਫਲਤਾ, ਦੁੱਖ, ਘਾਟ ਤੇ ਕੁੰਠਾ ਦੀ ਸੀਮਾਵਾਂ ਤੋਂ ਪੂਰੀ ਤਰ੍ਹਾਂ ਆਜ਼ਾਦ ਕਰ ਦੇਵੇਗੀ। ਤੁਹਾਨੂੰ ਤਾਂ ਬਸ ਮਾਨਸਿਕ ਤੇ ਭਾਵਨਾਤਮਕ ਤੌਰ 'ਤੇ ਉਸ ਚੰਗੀ ਚੀਜ਼ ਦੇ ਨਾਲ ਜੁੜਨਾ ਹੈ ਜਿਸ ਨੂੰ ਤੁਸੀਂ ਹਕੀਕਤ ਬਣਾਉਣਾ ਚਾਹੁੰਦੇ ਹੋ।
ਤੁਹਾਡੇ ਅਵਚੇਤਨ ਮਨ ਦੀ ਰਚਨਾਤਮਕ ਸ਼ਕਤੀਆਂ ਇਸੇ ਦੇ ਅਨੁਸਾਰ ਪ੍ਰਤੀਕਿਰਿਆ ਕਰਨਗੀਆਂ। ਅੱਜ ਹੀ, ਹੁਣੇ ਤੋਂ ਹੀ ਸ਼ੁਰੂਆਤ ਕਰ ਦਿਓ। ਆਪਣੇ ਜੀਵਨ ਵਿੱਚ ਚਮਤਕਾਰ ਹੁੰਦਿਆਂ ਦੇਖੋ। ਇੰਜ ਤਦੋਂ ਤੱਕ ਕਰਦੇ ਰਹੋ ਜਦ ਤੱਕ ਕਿ ਸੂਰਜ ਨਾ ਨਿਕਲ ਆਵੇ ਤੇ ਹਨੇਰਾ ਦੂਰ ਨਾ ਹੋ ਜਾਵੇ। ਪਹਿਲਾ ਚੈਪਟਰ, ਤੁਹਾਡੇ ਅੰਦਰ ਬਹੁਤ ਵੱਡਾ ਖਜ਼ਾਨਾ ਹੈ। ਉਸ ਨੂੰ ਹਾਸਲ ਕਰਨ ਲਈ ਤੁਹਾਨੂੰ ਬਸ ਆਪਣੇ ਮਨ ਦੀਆਂ ਅੱਖਾਂ ਖੋਲ੍ਹ ਕੇ ਉਸ ਨੂੰ ਦੇਖਣਾ ਹੀ ਹੈ। ਤੁਹਾਡੇ ਅੰਦਰ ਰਹਿਮਤਾਂ ਦਾ ਅਤੁੱਲ ਭੰਡਾਰ ਹੈ, ਜਿਸ ਵਿੱਚੋਂ ਤੁਸੀਂ ਸੁਖਮਈ, ਸਮਰਿੱਧ ਤੇ ਆਨੰਦ ਭਰਪੂਰ ਜੀਵਨ ਜਿਉਣ ਲਈ ਲੋੜੀਂਦੀ ਹਰ ਚੀਜ਼ ਕੱਢ ਸਕਦੇ ਹੋ। ਕਈ ਲੋਕ ਆਪਣੀਆਂ ਸੰਭਾਵਨਾਵਾਂ ਨੂੰ ਇਸ ਲਈ ਨਹੀਂ ਜਾਣ ਪਾਉਂਦੇ ਹਨ ਕਿਉਂਕਿ ਉਹਨਾਂ ਨੂੰ ਆਪਣੇ ਅੰਦਰ ਮੌਜੂਦ ਅਸੀਮ ਗਿਆਨ ਤੇ ਆਨੰਦ ਪ੍ਰੇਮ ਦੇ ਭੰਡਾਰ ਦਾ ਪਤਾ ਹੀ ਨਹੀਂ ਹੁੰਦਾ, ਜਦ ਕਿ ਸੱਚ ਤਾਂ ਇਹ ਹੈ ਕਿ ਇਸ ਵਿੱਚੋਂ ਤੁਸੀਂ ਆਪਣੇ ਮਨ ਭਾਉਂਦੀ ਚੀਜ਼ ਕੱਢ ਸਕਦੇ ਹੋ। ਲੋਹੇ ਦਾ ਚੁੰਬਕੀ ਟੁਕੜਾ ਆਪਣੇ ਭਾਰ ਤੋਂ 12 ਗੁਣਾ ਜ਼ਿਆਦਾ ਵਜ਼ਨ ਚੁੱਕ ਸਕਦਾ ਹੈ, ਲੇਕਿਨ ਜੇਕਰ ਤੁਸੀਂ ਉਸ ਦੇ ਚੁੰਬਕੀ ਗੁਣ ਨੂੰ ਹਟਾ ਦਿਓ ਤਾਂ ਇਹ ਇੱਕ ਖੰਭ ਵੀ ਨਹੀਂ ਚੁੱਕ ਸਕਦਾ। ਇਸੇ ਤਰ੍ਹਾਂ ਲੋਕੀ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਉਹ ਜਿਹੜੇ ਕਿ ਚੁੰਬਕੀ ਹੁੰਦੇ ਹਨ, ਉਹ ਆਤਮ ਵਿਸ਼ਵਾਸ ਤੇ ਆਸਥਾ ਨਾਲ ਭਰਪੂਰ ਹੁੰਦੇ ਹਨ। ਉਹ ਜਾਣਦੇ ਹਨ ਕਿ ਉਹ ਸਫਲ ਹੋਣ ਅਤੇ ਜਿੱਤਣ ਲਈ ਹੀ ਪੈਦਾ ਹੋਏ ਹਨ। ਦੂਜੀ ਤਰ੍ਹਾਂ ਦੇ ਲੋਕ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਚੁੰਬਕੀ ਗੁਣ ਨਹੀਂ ਹੁੰਦੇ। ਉਹ ਬੜੀ ਤਾਦਾਦ ਵਿੱਚ ਹੁੰਦੇ ਹਨ। ਉਹ ਡਰ ਤੇ ਸ਼ੰਕਾਵਾਂ ਨਾਲ ਲਬਰੇਜ਼ ਹੁੰਦੇ ਹਨ। ਸਮਾਂ ਆਉਣ 'ਤੇ ਉਹ ਕਹਿੰਦੇ ਹਨ, ਜੇ ਮੈਂ ਸਫਲ ਨਹੀਂ ਹੋਇਆ ਤਾਂ ਕੀ ਹੋਵੇਗਾ? ਕਿਤੇ ਮੇਰਾ ਪੈਸਾ ਡੁੱਬ ਨਾ ਜਾਵੇ, ਲੋਕੀ ਮੇਰਾ ਹਾਸਾ ਉਡਾਉਣਗੇ। ਇਸ ਤਰ੍ਹਾਂ ਦੇ ਲੋਕ ਜ਼ਿੰਦਗੀ ਵਿੱਚ ਜ਼ਿਆਦਾ ਅੱਗੇ ਨਹੀਂ ਵੱਧ ਪਾਉਂਦੇ। ਉਹਨਾਂ ਦਾ ਡਰ ਉਹਨਾਂ ਨੂੰ ਉਸੇ ਥਾਂ 'ਤੇ ਰੋਕੇ ਹੀ ਰੱਖਦਾ ਹੈ ਜਿੱਥੇ ਉਹ ਹਨ। ਤੁਸੀਂ ਚੁੰਬਕੀ ਵਿਅਕਤੀ ਬਣ ਸਕਦੇ ਹੋ, ਬਸ਼ਰਤ ਤੁਸੀਂ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਸਮਝ ਲਓ ਅਤੇ ਉਸ ਉੱਤੇ ਅਮਲ ਕਰਨ ਲੱਗੋ। ਇਤਿਹਾਸ ਦਾ ਸਭ ਤੋਂ ਵੱਡਾ ਰਹੱਸ। ਮੰਨ ਲਓ ਕੋਈ ਤੁਹਾਡੇ ਕੋਲੋਂ ਇਤਿਹਾਸ ਦਾ ਸਭ ਤੋਂ ਵੱਡਾ ਰਹੱਸ ਪੁੱਛੇ ਤਾਂ ਤੁਸੀਂ ਕੀ ਜਵਾਬ ਦਿਓਗੇ? ਪਰਮਾਣੂ ਊਰਜਾ, ਗ੍ਰਹਿਾਂ 'ਤੇ ਪੁੱਜੇ ਪੁਲਾੜੀ ਯਾਨ, ਬਲੈਕ ਹੋਲ? ਨਹੀਂ, ਇਹਨਾਂ ਵਿੱਚੋਂ ਕੁਝ ਨਹੀਂ। ਤਾਂ ਫਿਰ ਸਭ ਤੋਂ ਵੱਡਾ ਰਹੱਸ ਕੀ ਹੈ? ਇਨਸਾਨ ਇਸ ਨੂੰ ਕਿੱਥੋਂ ਲੱਭ ਸਕਦਾ ਹੈ? ਇਸ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ ਅਤੇ ਇਸ ਤੋਂ ਫਾਇਦਾ ਕਿਵੇਂ ਲਿਆ ਜਾ ਸਕਦਾ ਹੈ? ਜਵਾਬ ਬਹੁਤ ਸੌਖਾ ਹੈ। ਇਹ ਰਹੱਸ ਹੈ ਤੁਹਾਡੇ ਅਵਚੇਤਨ ਮਨ ਵਿੱਚ ਪ੍ਰਾਪਤ ਹੋਣ ਵਾਲੀ ਅਦਭੁਤ ਚਮਤਕਾਰੀ ਸ਼ਕਤੀ। ਇਹ ਉਹ ਅੰਤਲੀ ਜਗ੍ਹਾ ਹੈ ਜਿੱਥੇ ਜ਼ਿਆਦਾਤਰ ਲੋਕ ਇਸ ਦੀ ਭਾਲ ਕਰਦੇ ਹਨ। ਇਸੇ ਕਾਰਨ ਇਹ ਰਹੱਸ ਬਹੁਤ ਘੱਟ ਲੋਕਾਂ ਨੂੰ ਪਤਾ ਚੱਲ ਪਾਉਂਦਾ ਹੈ। ਤੁਹਾਡੇ ਅਵਚੇਤਨ ਮਨ ਦੀ ਅਦਭੁਤ ਸ਼ਕਤੀ। ਅਵਚੇਤਨ ਮਨ ਦੀ ਛੁਪੀ ਹੋਈ ਸ਼ਕਤੀ ਦਾ ਪ੍ਰਯੋਗ ਕਰਨਾ ਸਿੱਖ ਕੇ ਤੁਸੀਂ ਆਪਣੇ ਜੀਵਨ ਵਿੱਚ ਜ਼ਿਆਦਾ ਸ਼ਕਤੀ, ਦੌਲਤ, ਸਿਹਤ, ਖੁਸ਼ੀ ਤੇ ਆਨੰਦ ਪਾ ਸਕਦੇ ਹੋ। ਤੁਹਾਨੂੰ ਇਸ ਸ਼ਕਤੀ ਨੂੰ ਹਾਸਲ ਕਰਨ ਦੀ ਲੋੜ ਨਹੀਂ ਹੈ, ਇਹ ਤਾਂ ਤੁਹਾਡੇ ਵਿੱਚ ਪਹਿਲਾਂ ਤੋਂ ਹੀ ਹੈ। ਬਹਰਹਾਲ ਤੁਸੀਂ ਇਹ ਸਿੱਖਣਾ ਹੋਵੇਗਾ ਕਿ ਇਸ ਨੂੰ ਇਸਤੇਮਾਲ ਕਿਵੇਂ ਕੀਤਾ ਜਾਂਦਾ ਹੈ। ਤੁਹਾਨੂੰ ਇਸ ਨੂੰ ਸਮਝਣਾ ਹੀ ਹੋਵੇਗਾ ਤਾਂ ਕਿ ਤੁਸੀਂ ਆਪਣੇ ਜੀਵਨ ਦੇ ਸਾਰੇ ਪਹਿਲੂਆਂ ਵਿੱਚ ਇਸ ਦਾ ਪ੍ਰਯੋਗ ਕਰ ਸਕੋ। ਜੇਕਰ ਤੁਸੀਂ ਇਸ ਪੁਸਤਕ ਵਿੱਚ ਦਿੱਤੀਆਂ ਸੌਖੀਆਂ ਤਕਨੀਕਾਂ ਤੇ ਪ੍ਰਕਿਰਿਆਵਾਂ ਦਾ ਪਾਲਣ ਕਰੋਗੇ ਤਾਂ ਤੁਹਾਨੂੰ ਲੋੜੀਂਦੀ ਜਾਣਕਾਰੀ ਅਤੇ ਸਮਝ ਮਿਲ ਜਾਵੇਗੀ। ਇੱਕ ਨਵਾਂ ਪ੍ਰਕਾਸ਼ ਤੁਹਾਨੂੰ ਪ੍ਰੇਰਿਤ ਕਰੇਗਾ। ਤੁਸੀਂ ਇੱਕ ਨਵੀਂ ਸ਼ਕਤੀ ਉਤਪੰਨ ਕਰ ਸਕਦੇ ਹੋ ਜਿਸ ਦੀ ਬਦੌਲਤ ਤੁਸੀਂ ਆਪਣੀਆਂ ਸਾਰੀਆਂ ਆਸਾਵਾਂ ਤੇ ਸੁਪਨਿਆਂ ਨੂੰ ਸਾਕਾਰ ਕਰ ਸਕਦੇ ਹੋ। ਇਸੇ ਵਕਤ ਫੈਸਲਾ ਕਰ ਲਓ ਕਿ ਤੁਸੀਂ ਆਪਣੇ ਜੀਵਨ ਨੂੰ ਪਹਿਲਾਂ ਤੋਂ ਜ਼ਿਆਦਾ ਵਿਆਪਕ, ਮਹਾਨ, ਸਮਰਿੱਧ ਤੇ ਸ਼ਾਨਦਾਰ ਬਣਾਓਗੇ। ਤੁਹਾਡੇ ਅਵਚੇਤਨ ਦੀ ਡੂੰਘਾਈ ਵਿੱਚ ਸਾਰੀਆਂ ਲੋੜੀਂਦੀਆਂ ਚੀਜ਼ਾਂ ਬਾਰੇ ਅਸੀਮ ਗਿਆਨ, ਸ਼ਕਤੀ, ਆਪੂਰਤੀ ਦਾ ਭੰਡਾਰ ਹੈ। ਤੁਹਾਡਾ ਅਵਚੇਤਨ ਮਨ ਇਸ ਗੱਲ ਦਾ ਇੰਤਜ਼ਾਰ ਕਰ ਰਿਹਾ ਹੈ ਕਿ ਤੁਸੀਂ ਇਸ ਨੂੰ ਵਿਕਸਿਤ ਕਰੋ, ਅਭਿਵਿਅਕਤੀ ਦਿਓ। ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦੀ ਸਮਰੱਥਾ ਨੂੰ ਪਛਾਣ ਲਓ ਤਾਂ ਤੁਹਾਡੀਆਂ ਆਸਾਂ ਬਾਹਰੀ ਜਗਤ ਵਿੱਚ ਸਾਕਾਰ ਹੋ ਸਕਦੀਆਂ ਹਨ। ਜੇਕਰ ਤੁਸੀਂ ਖੁੱਲ੍ਹੇ ਦਿਮਾਗ ਦੇ ਅਤੇ ਗ੍ਰਹਿਣਸ਼ੀਲ ਹੋ ਤਾਂ ਤੁਹਾਡੇ ਅਵਚੇਤਨ ਮਨ ਵਿੱਚ ਮੌਜੂਦ ਅਸੀਮ ਗਿਆਨ ਤੁਹਾਨੂੰ ਹਰ ਉਹ ਚੀਜ਼ ਦੱਸ ਸਕਦਾ ਹੈ ਜਿਸ ਦੀ ਤੁਹਾਨੂੰ ਕਦੇ ਵੀ ਕਿਤੇ ਵੀ ਲੋੜ ਹੋਵੇ। ਤੁਸੀਂ ਇੱਕ ਨਵਾਂ ਵਿਚਾਰ ਪਾ ਸਕਦੇ ਹੋ, ਨਵੀਂ ਕਾਢ ਕੱਢ ਸਕਦੇ ਹੋ, ਅਵਿਸ਼ਕਾਰ ਕਰ ਸਕਦੇ ਹੋ ਅਤੇ ਨਵੀਆਂ ਕਲਾਕ੍ਰਿਤੀਆਂ ਬਣਾ ਸਕਦੇ ਹੋ। ਤੁਹਾਡੇ ਅਵਚੇਤਨ ਦਾ ਅਸੀਮ ਗਿਆਨ ਤੁਹਾਨੂੰ
ਅਚਰਜਪੂਰਨ ਨਵੀਆਂ ਜਾਣਕਾਰੀਆਂ ਦੇ ਸਕਦਾ ਹੈ। ਇਸ ਨੂੰ ਆਪਣੇ ਸਾਹਮਣੇ ਪ੍ਰਗਟ ਹੋਣ ਦਿਓ। ਇਹ ਤੁਹਾਡੇ ਜੀਵਨ ਵਿੱਚ ਆਦਰਸ਼ ਅਭਿਵਿਅਕਤੀ ਅਤੇ ਸਹੀ ਜਗ੍ਹਾ ਦਾ ਰਾਹ ਖੋਲ੍ਹ ਦੇਵੇਗਾ। ਤੁਹਾਡੇ ਅਵਚੇਤਨ ਮਨ ਦੀ ਬੁੱਧੀਮਾਨੀ ਨਾਲ ਤੁਸੀਂ ਆਦਰਸ਼ ਜੀਵਨ ਸਾਥੀ ਨੂੰ ਆਕਰਸ਼ਿਤ ਕਰ ਸਕਦੇ ਹੋ, ਸਹੀ ਬਿਜ਼ਨਸ ਪਾਰਟਨਰ ਜਾਂ ਸਹਿਯੋਗੀ ਨੂੰ ਵੀ। ਇਹ ਤੁਹਾਨੂੰ ਦੌਲਤਮੰਦ ਬਣਨ ਦਾ ਰਾਹ ਦੱਸ ਸਕਦੀ ਹੈ। ਇਹ ਤੁਹਾਨੂੰ ਵਿੱਤੀ ਤੌਰ 'ਤੇ ਆਜ਼ਾਦ ਵੀ ਬਣਾ ਸਕਦੀ ਹੈ, ਤਾਂ ਜੋ ਤੁਸੀਂ ਆਪਣੀ ਦਿਲੀ ਇੱਛਾ ਅਨੁਸਾਰ ਬਣੋ, ਕਰੋ ਅਤੇ ਰਹੋ। ਵਿਚਾਰ, ਭਾਵਨਾ, ਸ਼ਕਤੀ, ਪ੍ਰਕਾਸ਼, ਪ੍ਰੇਮ ਅਤੇ ਸੁੰਦਰਤਾ ਦੇ ਇਸ ਆਂਤਰਿਕ ਜਗਤ ਨੂੰ ਲੱਭਣਾ ਤੁਹਾਡਾ ਬੁਨਿਆਦੀ ਅਧਿਕਾਰ ਹੈ। ਇਹ ਸ਼ਕਤੀਆਂ ਅਦ੍ਰਿਸ਼ ਲੇਕਿਨ ਬਹੁਤ ਸ਼ਕਤੀਸ਼ਾਲੀ ਹਨ। ਤੁਹਾਡੇ ਅਵਚੇਤਨ ਮਨ ਵਿੱਚ ਹਰ ਸਮੱਸਿਆ ਦਾ ਸਮਾਧਾਨ ਅਤੇ ਹਰ ਨਤੀਜੇ ਦਾ ਕਾਰਨ ਹੁੰਦਾ ਹੈ। ਜਦੋਂ ਤੁਸੀਂ ਇਹਨਾਂ ਛੁਪੀਆਂ ਹੋਈਆਂ ਸ਼ਕਤੀਆਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਹਾਨੂੰ ਬਹੁਲਤਾ, ਸੁਰੱਖਿਆ, ਖੁਸ਼ੀ ਅਤੇ ਨਿਯੰਤਰਣ ਵਧਾਉਣ ਵਾਸਤੇ ਲੋੜੀਂਦੀ ਸ਼ਕਤੀ ਤੇ ਬੁੱਧੀਮਾਨੀ ਮਿਲ ਜਾਵੇਗੀ। ਮੈਂ ਆਪ ਅਵਚੇਤਨ ਮਨ ਦੀ ਸ਼ਕਤੀ ਨੂੰ ਦੇਖਿਆ ਹੈ। ਇਸ ਦੀ ਸ਼ਕਤੀ ਨਾਲ ਮੈਂ ਆਪ ਅਪਾਹਜਾਂ ਨੂੰ ਪੂਰਨ ਸਿਹਤਮੰਦ ਹੁੰਦੇ ਦੇਖਿਆ ਹੈ। ਅਵਚੇਤਨ ਮਨ ਦੇ ਸਹਾਰੇ ਉਹਨਾਂ ਨੇ ਖੁਸ਼ੀ, ਸਿਹਤ ਅਤੇ ਆਨੰਦ ਦੀਆਂ ਭਾਵਨਾਵਾਂ ਨੂੰ ਹਕੀਕਤ ਵਿੱਚ ਬਦਲਿਆ। ਯਕੀਨਨ ਤੁਹਾਡੇ ਅਵਚੇਤਨ ਵਿੱਚ ਇਹੋ ਜਿਹੀ ਚਮਤਕਾਰੀ ਉਪਚਾਰਕ ਸ਼ਕਤੀ ਹੈ ਜਿਹੜੀ ਕਿ ਪਰੇਸ਼ਾਨ ਦਿਮਾਗ ਅਤੇ ਟੁੱਟੇ ਹੋਏ ਦਿਲ ਦਾ ਇਲਾਜ ਕਰ ਸਕਦੀ ਹੈ। ਇਹ ਤੁਹਾਡੇ ਮਸਤਿਸ਼ਕ ਦੀ ਜੇਲ੍ਹ ਦਾ ਦਰਵਾਜ਼ਾ ਖੋਲ੍ਹ ਕੇ ਤੁਹਾਨੂੰ ਆਜ਼ਾਦ ਕਰ ਸਕਦੀ ਹੈ। ਇਹ ਤੁਹਾਨੂੰ ਹਰ ਤਰ੍ਹਾਂ ਦੇ ਭੌਤਿਕ ਤੇ ਸਰੀਰਕ ਬੰਧਨਾਂ ਤੋਂ ਮੁਕਤ ਕਰ ਸਕਦੀ ਹੈ। ਕਾਰਜਕਾਰੀ ਆਧਾਰ ਦੀ ਲੋੜ। ਜੇਕਰ ਤੁਸੀਂ ਕਿਸੇ ਵੀ ਖੇਤਰ ਵਿੱਚ ਪ੍ਰਗਤੀ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਲਈ ਪਹਿਲਾਂ ਤੇ ਲੋੜੀਂਦਾ ਕਦਮ ਹੈ ਤੁਹਾਨੂੰ ਇੱਕ ਸਦੀਵੀ ਕਾਰਜਕਾਰੀ ਆਧਾਰ ਦਾ ਪਤਾ ਲਾਉਣਾ ਹੋਵੇਗਾ। ਆਪਣੇ ਅਵਚੇਤਨ ਮਨ ਦੀ ਕਾਰਜਵਿਧੀ ਵਿੱਚ ਨਿਪੁੰਨ ਬਣਨ ਲਈ ਤੁਹਾਨੂੰ ਇਸ ਦੇ ਸਿਧਾਂਤ ਨੂੰ ਸਮਝਣਾ ਹੋਵੇਗਾ। ਤਦੋਂ ਹੀ ਤੁਸੀਂ ਇਸ ਦੀਆਂ ਸ਼ਕਤੀਆਂ ਦਾ ਇਸਤੇਮਾਲ ਕਰਨ ਸਮੇਂ ਜਾਣ ਪਾਓਗੇ ਕਿ ਤੁਹਾਨੂੰ ਕਿਹੜੇ ਨਤੀਜੇ ਮਿਲਣਗੇ। ਤੁਸੀਂ ਜਿਹੜੇ ਵਿਸ਼ੇਸ਼ ਨਿਸ਼ਾਨਿਆਂ ਨੂੰ ਹਾਸਲ ਕਰਨਾ ਚਾਹੁੰਦੇ ਹੋ ਉਹਨਾਂ ਨੂੰ ਤੁਸੀਂ ਇਹਨਾਂ ਸ਼ਕਤੀਆਂ ਦੀ ਮਦਦ ਨਾਲ ਸਾਕਾਰ ਕਰ ਸਕਦੇ ਹੋ। ਕਈ ਸਾਲਾਂ ਤੱਕ ਮੈਂ ਕੈਮਿਸਟ ਦਾ ਕੰਮ ਕੀਤਾ। ਆਪਣੇ ਸ਼ੁਰੂਆਤੀ ਦੌਰ ਵਿੱਚ ਮੈਂ ਸਿੱਖਿਆ ਕਿ ਜਦੋਂ ਤੁਸੀਂ ਹਾਈਡਰੋਜਨ ਦੇ 2 ਪਰਮਾਣੂਆਂ ਅਤੇ ਆਕਸੀਜਨ ਦੇ 1 ਪਰਮਾਣੂ ਨੂੰ ਮਿਲਾਉਂਦੇ ਹੋ ਤਾਂ ਨਤੀਜੇ ਵਜੋਂ ਹਮੇਸ਼ਾ ਪਾਣੀ ਹੁੰਦਾ ਹੈ, ਕਦੇ ਕਦਾਈਂ ਜਾਂ ਅਕਸਰ ਨਹੀਂ, ਹਮੇਸ਼ਾ। ਜਦੋਂ ਤੁਸੀਂ ਆਕਸੀਜਨ ਦੇ 1 ਪਰਮਾਣੂ ਅਤੇ ਕਾਰਬਨ ਦੇ 1 ਪਰਮਾਣੂ ਨੂੰ ਮਿਲਾਉਂਦੇ ਹੋ ਤਾਂ ਕਾਰਬਨ ਮੋਨੋਆਕਸਾਈਡ ਨਾਂ ਦੀ ਜ਼ਹਿਰੀਲੀ ਗੈਸ ਉਤਪੰਨ ਹੁੰਦੀ ਹੈ। ਲੇਕਿਨ ਜੇਕਰ ਤੁਸੀਂ ਆਕਸੀਜਨ ਦਾ ਇੱਕ ਹੋਰ ਪਰਮਾਣੂ ਜੋੜ ਦਿੰਦੇ ਹੋ ਤਾਂ ਤੁਹਾਨੂੰ ਕਾਰਬਨ ਡਾਈਆਕਸਾਈਡ ਮਿਲ ਜਾਂਦੀ ਹੈ, ਜਿਹੜੀ ਪ੍ਰਾਣੀਆਂ ਲਈ ਹਾਨੀ ਰਹਿਤ ਤੇ ਪੌਦਿਆਂ ਲਈ ਜੀਵਨਦਾਈ ਹੁੰਦੀ ਹੈ। ਇਹ ਸਦੀਵੀ ਅਤੇ ਨਾਂ ਬਦਲਣ ਵਾਲੇ ਤੱਥ ਹਨ। ਇਹਨਾਂ ਨੂੰ ਅਸੀਂ ਸਿਧਾਂਤ ਕਹਿੰਦੇ ਹਾਂ। ਕੰਮ ਕਰਨ ਦੀ ਦ੍ਰਿਸ਼ਟੀ ਨਾਲ ਤੁਹਾਡੇ ਅਵਚੇਤਨ ਮਨ ਦੇ ਸਿਧਾਂਤ ਕੈਮਿਸਟਰੀ, ਫਿਜ਼ਿਕਸ ਅਤੇ ਗਣਿਤ ਦੇ ਸਿਧਾਂਤਾਂ ਤੋਂ ਵੱਖਰੇ ਨਹੀਂ ਹਨ। ਜੇਕਰ ਤੁਸੀਂ ਰਸਾਇਣਕ ਜਾਂ ਭੌਤਿਕ ਸ਼ਕਤੀਆਂ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਹਨਾਂ ਖੇਤਰਾਂ ਦੇ ਸਿਧਾਂਤਾਂ ਨੂੰ ਸਿੱਖਣਾ ਹੋਵੇਗਾ। ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਦੇ ਸਿਧਾਂਤਾਂ ਨੂੰ ਸਿੱਖਣਾ ਹੋਵੇਗਾ। ਆਮ ਤੌਰ 'ਤੇ ਇਸ ਸਿਧਾਂਤ ਨੂੰ ਸਾਰੇ ਸਵੀਕਾਰ ਕਰਦੇ ਹਨ। ਪਾਣੀ ਆਪਣਾ ਸਤਰ ਆਪ ਲੱਭ ਲੈਂਦਾ ਹੈ। ਇਹ ਇੱਕ ਸਦੀਵੀ ਸਿਧਾਂਤ ਹੈ। ਇਹ ਹਰ ਜਗ੍ਹਾ, ਹਰ ਸਮਾਂ ਪਾਣੀ ਅਤੇ ਪਾਣੀ ਵਰਗੇ ਸਾਰੇ ਦਰਵਾਂ ਉੱਤੇ ਲਾਗੂ ਹੁੰਦਾ ਹੈ। ਪ੍ਰਾਚੀਨ ਮਿਸਰ ਦੇ ਲੋਕ ਇਸ ਸਿਧਾਂਤ ਨੂੰ ਜਾਣਦੇ ਸਨ। ਇਸ ਦਾ ਪ੍ਰਯੋਗ ਉਹਨਾਂ ਨੇ ਮਹਾਨ ਪਿਰਾਮਿਡਾਂ ਦੀ ਨੀਂਹ ਨੂੰ ਆਦਰਸ਼ ਰੂਪ ਵਿੱਚ ਸਮਤਲ ਬਣਾਉਣ ਵਿੱਚ ਕੀਤਾ ਸੀ। ਅੱਜ ਵੀ ਸਿੰਚਾਈ ਤੰਤਰ ਤੋਂ ਲੈ ਕੇ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਾਉਣ ਵੇਲੇ ਇੰਜੀਨੀਅਰ ਇਸ ਦਾ ਪ੍ਰਯੋਗ ਕਰਦੇ ਹਨ। ਜਾਂ ਇਹ ਸਿਧਾਂਤ ਲਓ, ਗਰਮ ਹੋਣ 'ਤੇ ਪਦਾਰਥ ਫੈਲਦਾ ਹੈ। ਇਹ ਹਰ ਜਗ੍ਹਾ, ਹਰ ਸਮੇਂ ਤੇ ਹਰ ਹਾਲਤ ਵਿੱਚ ਸੱਚ ਹੈ। ਜੇਕਰ ਤੁਸੀਂ ਸਟੀਲ ਦੇ ਟੁਕੜੇ ਨੂੰ ਗਰਮ ਕਰੋਗੇ ਤਾਂ ਇਹ ਫੈਲੇਗਾ, ਚਾਹੇ ਇਹ ਸਟੀਲ ਚੀਨ, ਇੰਗਲੈਂਡ, ਭਾਰਤ ਵਿੱਚ ਹੋਵੇ ਜਾਂ ਪ੍ਰਿਥਵੀ ਦਾ ਚੱਕਰ ਲਾ ਰਹੇ ਪੁਲਾੜੀ ਗਿਆਨ ਵਿੱਚ। ਗਰਮ ਹੋਣ 'ਤੇ ਪਦਾਰਥ ਫੈਲਦਾ ਹੈ। ਇਹ ਇੱਕ ਸਦੀਵੀ ਸੱਚ ਹੈ। ਇਹ ਵੀ ਇੱਕ ਸੱਚਾਈ ਹੈ ਕਿ ਤੁਸੀਂ ਆਪਣੇ ਅਵਚੇਤਨ ਮਨ ਉੱਤੇ ਜੋ ਛਾਪ ਛੱਡਦੇ ਹੋ ਉਹ ਹਾਲਾਤ, ਅਨੁਭਵ ਅਤੇ ਘਟਨਾ ਦੇ ਰੂਪ ਵਿੱਚ ਵਿਅਕਤ ਹੁੰਦੀ ਹੈ।
ਤੁਹਾਡੀ ਪ੍ਰਾਰਥਨਾ ਦਾ ਜਵਾਬ ਮਿਲਦਾ ਹੈ, ਕਿਉਂਕਿ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ ਦਾ ਸਿਧਾਂਤ ਹੈ। ਸਿਧਾਂਤ ਯਾਨੀ ਉਹ ਤਰੀਕਾ ਜਿਸ ਨਾਲ ਕੋਈ ਚੀਜ਼ ਕੰਮ ਕਰਦੀ ਹੈ। ਉਦਾਹਰਣ ਵਜੋਂ, ਬਿਜਲੀ ਦਾ ਇੱਕ ਮਹੱਤਵਪੂਰਨ ਸਿਧਾਂਤ ਇਹ ਹੈ ਕਿ ਇਹ ਇੱਕ ਉੱਚ ਸਮਰੱਥਾ ਤੋਂ ਨਿਮਨ ਸਮਰੱਥਾ ਵੱਲ ਕੰਮ ਕਰਦੀ ਹੈ। ਜਦੋਂ ਤੁਸੀਂ ਬਲਬ ਚਾਲੂ ਕਰਦੇ ਹੋ ਜਾਂ ਇਲੈਕਟ੍ਰਿਕ ਸਟੋਵ ਉੱਤੇ ਖਾਣਾ ਪਕਾਉਂਦੇ ਹੋ ਤਾਂ ਤੁਸੀਂ ਬਿਜਲੀ ਦੇ ਇਸ ਸਿਧਾਂਤ ਨੂੰ ਨਹੀਂ ਬਦਲਦੇ, ਤੁਸੀਂ ਇਸ ਸਿਧਾਂਤ ਦਾ ਲਾਹਾ ਲੈਂਦੇ ਹੋ। ਪ੍ਰਕਿਰਤੀ ਦੇ ਨਾਲ ਸਹਿਯੋਗ ਕਰਕੇ ਤੁਸੀਂ ਅਦਭੁਤ ਖੋਜਾਂ ਅਤੇ ਅਵਿਸ਼ਕਾਰਾਂ ਨੂੰ ਸਾਕਾਰ ਕਰ ਸਕਦੇ ਹੋ, ਜਿਹੜੇ ਮਨੁੱਖਤਾ ਨੂੰ ਅਨੰਤ ਤਰੀਕਿਆਂ ਨਾਲ ਸੁੱਖ ਪ੍ਰਦਾਨ ਕਰਦੇ ਹਨ। ਤੁਹਾਡਾ ਅਵਚੇਤਨ ਮਨ ਸਿਧਾਂਤ ਹੈ। ਇਹ ਵਿਸ਼ਵਾਸ ਦੇ ਨਿਯਮ ਉੱਤੇ ਕੰਮ ਕਰਦਾ ਹੈ। ਤੁਹਾਨੂੰ ਜਾਣਨਾ ਹੋਵੇਗਾ ਕਿ ਵਿਸ਼ਵਾਸ ਕੀ ਹੈ, ਇਹ ਕਿਉਂ ਤੇ ਕਿਵੇਂ ਕੰਮ ਕਰਦਾ ਹੈ। ਬਾਈਬਲ ਸੌਖੇ, ਸਪਸ਼ਟ ਅਤੇ ਸੁੰਦਰ ਤਰੀਕੇ ਨਾਲ ਦੱਸਦੀ ਹੈ। ਜੋ ਵੀ ਇਸ ਪਹਾੜ ਨੂੰ ਕਹੇਗਾ, ਤੁਸੀਂ ਹਟ ਜਾਓ ਅਤੇ ਸਮੁੰਦਰ ਵਿੱਚ ਚਲੇ ਜਾਓ, ਅਤੇ ਉਹ ਆਪਣੇ ਦਿਲ ਵਿੱਚ ਸ਼ੰਕਾ ਨਹੀਂ ਕਰੇਗਾ, ਬਲਕਿ ਵਿਸ਼ਵਾਸ ਰੱਖੇਗਾ ਕਿ ਜੋ ਉਹ ਕਹਿੰਦਾ ਹੈ ਅਵੱਛ ਹੋਏਗਾ, ਤਾਂ ਉਹ ਜੋ ਕਹੇਗਾ ਉਹ ਅਵੱਛ ਹੋਏਗਾ। ਤੁਹਾਡੇ ਮਨ ਦਾ ਨਿਯਮ ਵਿਸ਼ਵਾਸ ਦਾ ਨਿਯਮ ਹੈ। ਇਸ ਦਾ ਮਤਲਬ ਹੈ ਤੁਹਾਡੇ ਮਨ ਦੀ ਕਾਰਜਵਿਧੀ ਵਿੱਚ ਵਿਸ਼ਵਾਸ ਕਰਨਾ, ਆਪਣੇ ਵਿਸ਼ਵਾਸ ਤੇ ਵਿਸ਼ਵਾਸ ਕਰਨਾ। ਆਪਣੇ ਮਨ ਦਾ ਵਿਸ਼ਵਾਸ ਹੋਰ ਕੁਝ ਨਹੀਂ, ਤੁਹਾਡੇ ਮਸਤਿਸ਼ਕ ਦਾ ਵਿਚਾਰ ਹੈ। ਤੁਹਾਡਾ ਅਵਚੇਤਨ ਮਨ ਤੁਹਾਡੇ ਵਿਚਾਰਾਂ ਉੱਤੇ ਪ੍ਰਤੀਕਿਰਿਆ ਕਰਦਾ ਹੈ ਅਤੇ ਉਹਨਾਂ ਦੇ ਅਨੁਰੂਪ ਅਨੁਭਵਾਂ, ਕਾਰਜਾਂ, ਘਟਨਾਵਾਂ ਅਤੇ ਹਾਲਾਤਾਂ ਨੂੰ ਉਤਪੰਨ ਕਰ ਦਿੰਦਾ ਹੈ। ਯਾਦ ਰੱਖੋ, ਤੁਹਾਨੂੰ ਸਫਲਤਾ ਉਸ ਚੀਜ਼ ਦੇ ਕਾਰਨ ਨਹੀਂ ਮਿਲਦੀ ਹੈ ਜਿਸ ਵਿੱਚ ਤੁਸੀਂ ਵਿਸ਼ਵਾਸ ਕਰਦੇ ਹੋ। ਸਫਲਤਾ ਤਾਂ ਮਨ ਦੇ ਵਿਸ਼ਵਾਸ ਦੇ ਕਾਰਨ ਮਿਲਦੀ ਹੈ ਅਤੇ ਮਾਨਵ ਜਾਤੀ ਨੂੰ ਜਕੜਨ ਵਾਲੇ ਝੂਠੇ ਵਿਸ਼ਵਾਸਾਂ, ਸਲਾਹਾਂ, ਅੰਧ ਵਿਸ਼ਵਾਸਾਂ ਅਤੇ ਡਰ ਨੂੰ ਸਵੀਕਾਰ ਕਰਨਾ ਬੰਦ ਕਰ ਦਿਓ। ਸਦੀਵੀ ਸੱਚ ਅਤੇ ਜੀਵਨ ਦੀ ਉਹਨਾਂ ਸੱਚਾਈਆਂ ਉੱਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿਓ ਜਿਹੜੇ ਕਦੀ ਵੀ ਨਹੀਂ ਬਦਲਦੇ। ਇਸ ਮੋੜ ਤੇ ਪਹੁੰਚਣ ਤੋਂ ਬਾਅਦ ਤੁਸੀਂ ਅੱਗੇ, ਉੱਪਰ ਅਤੇ ਈਸ਼ਵਰ ਵੱਲ ਵਧਣ ਲੱਗੋਗੇ। ਜਿਹੜੇ ਲੋਕ ਇਸ ਪੁਸਤਕ ਨੂੰ ਪੜ੍ਹਨਗੇ ਅਤੇ ਅਵਚੇਤਨ ਮਨ ਦੇ ਸਿਧਾਂਤਾਂ ਉੱਤੇ ਆਸਥਾ ਦੇ ਨਾਲ ਅਮਲ ਕਰਨਗੇ, ਉਹ ਵਿਗਿਆਨਕ ਅਤੇ ਕਾਰਗਰ ਪ੍ਰਾਰਥਨਾ ਕਰਨ ਦੀ ਕਾਬਲੀਅਤ ਹਾਸਲ ਕਰਨਗੇ, ਆਪਣੇ ਲਈ ਵੀ ਅਤੇ ਹੋਰਾਂ ਲਈ ਵੀ। ਤੁਹਾਡੀ ਪ੍ਰਾਰਥਨਾ ਦਾ ਜਵਾਬ ਕਿਰਿਆ ਅਤੇ ਪ੍ਰਤੀਕਿਰਿਆ ਦੇ ਸਦੀਵੀ ਨਿਯਮ ਦੇ ਅਨੁਸਾਰ ਹੀ ਮਿਲਦਾ ਹੈ। ਵਿਚਾਰ ਅੰਤਰੀਵ ਕਿਰਿਆ ਹੈ। ਪ੍ਰਤੀਕਿਰਿਆ ਤੁਹਾਡੇ ਅਵਚੇਤਨ ਮਨ ਦਾ ਉਹ ਜਵਾਬ ਹੈ ਜਿਹੜਾ ਕਿ ਤੁਹਾਡੇ ਵਿਚਾਰ ਦੀ ਪ੍ਰਤੀਕਿਰਿਆ ਨਾਲ ਮੇਲ ਖਾਂਦਾ ਹੈ। ਆਪਣੇ ਮਨ ਨੂੰ ਸਿਹਤਮੰਦ, ਸੁੱਖ, ਸ਼ਾਂਤੀ ਅਤੇ ਇਕਸਾਰਤਾ ਦੇ ਸੰਕਲਪਾਂ ਨਾਲ ਭਰ ਦਿਓ। ਤੁਹਾਡੇ ਜੀਵਨ ਵਿੱਚ ਚਮਤਕਾਰ ਹੋਣ ਲੱਗਣਗੇ। 2. ਮਸਤਿਸ਼ਕ। ਤੁਹਾਡਾ ਮਸਤਿਸ਼ਕ ਇੱਕ ਹੈ, ਲੇਕਿਨ ਇਸ ਦੇ ਦੋ ਸਪਸ਼ਟ ਅਤੇ ਖਾਸ ਕਾਰਜਕਾਰੀ ਹਿੱਸੇ ਹਨ। ਇਹਨਾਂ ਦੋਵਾਂ ਦਾ ਕਾਰਜ ਵੰਡ ਮਸਤਿਸ਼ਕ ਦੇ ਸਾਰੇ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਪਤਾ ਹੈ। ਤੁਹਾਡੇ ਸਮਤਿਸ਼ਕ ਦੇ ਇਹ ਦੋਵੇਂ ਹਿੱਸੇ ਇੱਕ ਦੂਜੇ ਤੋਂ ਅਸੂਲਨ ਵੱਖਰੇ ਹਨ। ਇਹਨਾਂ ਦੋਵਾਂ ਦੇ ਆਪਣੇ ਖਾਸ ਗੁਣ ਅਤੇ ਸ਼ਕਤੀਆਂ ਹਨ ਜਿਹੜੀਆਂ ਕਿ ਇੱਕ ਦੂਜੇ ਤੋਂ ਵੱਖਰੀਆਂ ਹਨ। ਮਸਤਿਸ਼ਕ ਦੇ ਇਹਨਾਂ ਦੋਨਾਂ ਕਾਰਜਾਂ ਵਿੱਚ ਅੰਤਰ ਕਰਨ ਲਈ ਕਈ ਨਾਵਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਵੇਂ ਵਸਤੂਨਿਸ਼ਠ ਅਤੇ ਵਿਅਕਤੀਨਿਸ਼ਠ ਮਨ ਅਤੇ ਚੇਤਨ ਅਤੇ ਅਵਚੇਤਨ ਮਨ, ਜਾਗਰਤ ਅਤੇ ਸੁੱਤਿਆ ਮਨ, ਸਤਹੀ ਅਤੇ ਡੂੰਘਾ, ਸਵੈ ਇੱਛਤ ਅਤੇ ਅਣਇੱਛਤ ਮਨ, ਪੁਰਸ਼ ਅਤੇ ਇਸਤਰੀ ਮਨ ਆਦਿ। ਹਾਂ, ਚਾਹੇ ਜੋ ਵੀ ਦਿੱਤਾ ਜਾਵੇ, ਇਸ ਨਾਲ ਮਸਤਿਸ਼ਕ ਦੇ ਮੂਲ ਦਵੈਤ ਦਾ ਪਤਾ ਚੱਲਦਾ ਹੈ। ਇਸ ਪੂਰੀ ਪੁਸਤਕ ਵਿੱਚ ਮੈਂ ਆਪਣੇ ਮਸਤਿਸ਼ਕ ਦੇ ਦੋ ਹਿੱਸਿਆਂ ਲਈ ਚੇਤਨ ਅਤੇ ਅਵਚੇਤਨ ਮਨ ਦਾ ਪ੍ਰਯੋਗ ਕਰਾਂਗਾ। ਜੇਕਰ ਤੁਹਾਨੂੰ ਦੂਜੇ ਸ਼ਬਦ ਸੌਖੇ ਲੱਗਦੇ ਹੋਣ ਤਾਂ ਤੁਸੀਂ ਉਹਨਾਂ ਦਾ ਪ੍ਰਯੋਗ ਕਰ ਲਿਓ। ਮਹੱਤਵਪੂਰਨ ਸ਼ੁਰੂਆਤੀ ਗੱਲ ਇਹ ਹੈ, ਮਸਤਿਸ਼ਕ ਦੀ ਇਸ ਦਵੈਤ ਪ੍ਰਕਿਰਤੀ ਨੂੰ ਪਹਿਚਾਣ ਲਿਆ ਜਾਵੇ ਅਤੇ ਸਵੀਕਾਰ ਵੀ ਕਰ ਲਿਆ ਜਾਵੇ। ਚੇਤਨ ਅਤੇ ਅਵਚੇਤਨ ਮਨ। ਤੁਹਾਡੇ ਮਸਤਿਸ਼ਕ ਦੇ ਦੋ ਤਰਫਾ ਕਾਰਜਾਂ ਨੂੰ ਜਾਣਨ ਦਾ ਇੱਕ ਅਦਭੁਤ ਤਰੀਕਾ ਹੈ ਕਿ ਤੁਸੀਂ ਇਸ ਨੂੰ ਬਗੀਚਾ ਮੰਨ ਲਓ। ਤੁਸੀਂ ਮਾਲੀ ਹੋ। ਤੁਸੀਂ ਆਪਣੇ ਅਵਚੇਤਨ ਮਨ ਵਿੱਚ ਹਰ ਦਿਨ ਵਿਚਾਰ ਦੇ ਬੀਜ ਬੋ ਰਹੇ ਹੋ। ਜ਼ਿਆਦਾਤਰ ਸਮਾਂ ਤੁਹਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਤੁਸੀਂ ਇੰਜ ਕਰ ਰਹੇ ਹੋ, ਕਿਉਂਕਿ ਬੀਜ ਤੁਹਾਡੀ ਆਦਤਨ ਸੋਚ 'ਤੇ ਆਧਾਰਿਤ ਹੁੰਦਾ ਹੈ। ਜਿਹੋ ਜਿਹਾ ਤੁਸੀਂ ਆਪਣੇ ਅਵਚੇਤਨ ਮਨ ਵਿੱਚ ਬੀਜਦੇ ਹੋ, ਤੁਹਾਨੂੰ ਆਪਣੇ ਸਰੀਰ ਤੇ ਹਾਲਾਤਾਂ ਵਿੱਚ
ਉਹੀ ਜਿਹੀ ਫਸਲ ਕੱਟਣੀ ਪੈਂਦੀ ਹੈ। ਕਲਪਨਾ ਕਰੋ ਕਿ ਤੁਹਾਡਾ ਅਵਚੇਤਨ ਮਨ ਉਪਜਾਊ ਮਿੱਟੀ ਹੈ, ਜਿਹੜਾ ਕਿ ਸਾਰੀ ਤਰ੍ਹਾਂ ਦੇ ਬੀਜਾਂ ਨੂੰ ਪੁੰਗਰਨ ਵਿੱਚ ਮਦਦ ਕਰੇਗੀ, ਚਾਹੇ ਉਹ ਚੰਗੇ ਹੋਣ ਜਾਂ ਮਾੜੇ। ਜੇਕਰ ਤੁਸੀਂ ਕੰਡੇ ਬੀਜਦੇ ਹੋ ਤਾਂ ਕੀ ਤੁਹਾਨੂੰ ਅੰਗੂਰ ਮਿਲ ਸਕਦੇ ਹਨ? ਜੇਕਰ ਤੁਸੀਂ ਕੰਡਿਆਲੀ ਝਾੜੀਆਂ ਬੀਜਦੇ ਹੋ ਤਾਂ ਕੀ ਤੁਹਾਨੂੰ ਅੰਜੀਰ ਦੀ ਫਸਲ ਮਿਲ ਸਕਦੀ ਹੈ? ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਹਾਲਾਤ ਇੱਕ ਨਤੀਜਾ। ਇਹ ਕਾਰਨਾਂ ਕਰਕੇ ਇਹ ਲਾਜ਼ਮੀ ਹੈ ਕਿ ਤੁਸੀਂ ਆਪਣੇ ਵਿਚਾਰਾਂ 'ਤੇ ਕਾਬੂ ਰੱਖੋ। ਸਿਰਫ ਇਸੇ ਤਰ੍ਹਾਂ ਹੀ ਇੱਛਤ ਹਾਲਾਤ ਮਿਲ ਸਕਦੇ ਹਨ। ਇਸੇ ਵੇਲੇ ਸ਼ਾਂਤੀ, ਖੁਸ਼ੀ, ਸਹੀ ਕੰਮ, ਸਦਭਾਵਨਾ ਤੇ ਸਮਰਿੱਧੀ ਦੇ ਵਿਚਾਰਾਂ ਦੇ ਬੀਜ ਬੀਜਣੇ ਸ਼ੁਰੂ ਕਰ ਦਿਓ। ਸ਼ਾਂਤੀ ਅਤੇ ਵਿਸ਼ਵਾਸ ਨਾਲ ਇਹਨਾਂ ਚੀਜ਼ਾਂ ਬਾਰੇ ਸੋਚੋ। ਆਪਣੇ ਚੇਤਨ ਤਾਰਕਿਕ ਮਨ ਵਿੱਚ ਇਹਨਾਂ ਨੂੰ ਪੂਰੀ ਤਰ੍ਹਾਂ ਸਵੀਕਾਰ ਕਰੋ। ਇਹਨਾਂ ਅਦਭੁਤ ਵਿਚਾਰ ਬੀਜਾਂ ਨੂੰ ਆਪਣੇ ਮਸਤਿਸ਼ਕ ਦੇ ਬਗੀਚੇ ਵਿੱਚ ਬੀਜਦੇ ਰਹੋ। ਤੁਹਾਨੂੰ ਬਹੁਤ ਵਧੀਆ ਫਸਲ ਪ੍ਰਾਪਤ ਹੋਵੇਗੀ। ਜਦ ਤੁਹਾਡਾ ਮਸਤਿਸ਼ਕ ਸਹੀ ਤਰੀਕੇ ਨਾਲ ਸੋਚਦਾ ਹੈ, ਜਦੋਂ ਤੁਸੀਂ ਸੱਚਾਈ ਸਮਝ ਲੈਂਦੇ ਹੋ ਅਤੇ ਤੁਹਾਡੇ ਅਵਚੇਤਨ ਮਨ ਤੱਕ ਪੁੱਜੇ ਵਿਚਾਰ ਸਿਰਜਣਾਤਮਕ, ਸਦਭਾਵਪੂਰਨ ਅਤੇ ਸ਼ਾਂਤੀਪੂਰਨ ਹੁੰਦੇ ਹਨ, ਤਾਂ ਤੁਹਾਡੇ ਅਵਚੇਤਨ ਮਨ ਦੀ ਜਾਦੂਈ ਕਾਰਜਕਾਰੀ ਸ਼ਕਤੀ ਪ੍ਰਤੀਕਿਰਿਆ ਕਰੇਗੀ। ਇਹ ਉਸ ਵਿਚਾਰ ਲਈ ਲੋੜੀਂਦੇ ਹਾਲਾਤ ਅਤੇ ਠੀਕ ਮਾਹੌਲ ਦੀ ਉਸਾਰੀ ਕਰ ਦੇਵੇਗੀ। ਆਪਣੀ ਵਿਚਾਰ ਪ੍ਰਕਿਰਿਆ ਨੂੰ ਕਾਬੂ ਕਰਨ ਤੋਂ ਬਾਅਦ ਤੁਸੀਂ ਕਿਸੇ ਵੀ ਸਮੱਸਿਆ ਜਾਂ ਮੁਸ਼ਕਲ ਵਿੱਚ ਆਪਣੇ ਅਵਚੇਤਨ ਮਨ ਦੀ ਸ਼ਕਤੀ ਦਾ ਪ੍ਰਯੋਗ ਕਰ ਸਕਦੇ ਹੋ। ਅਸਲ ਵਿੱਚ ਤੁਸੀਂ ਜਾਣਦੇ ਬੁੱਝਦੇ ਹੋਏ ਉਸ ਅਸੀਮ ਸ਼ਕਤੀ ਅਤੇ ਅਟੁੱਟ ਨਿਯਮਾਂ ਦੇ ਨਾਲ ਸਹਿਯੋਗ ਕਰ ਰਹੇ ਹੋ, ਜਿਹੜੇ ਸਾਰੀ ਚੀਜ਼ਾਂ ਉੱਤੇ ਲਾਗੂ ਹੁੰਦੇ ਹਨ। ਆਪਣੇ ਚਾਰੇ ਪਾਸੇ ਦੇਖੋ। ਤੁਸੀਂ ਚਾਹੇ ਜਿੱਥੇ ਰਹਿੰਦੇ ਹੋ, ਤੁਹਾਡੀ ਸਮਾਜਿਕ ਸਥਿਤੀ ਭਾਵੇਂ ਕਿਹੋ ਜਿਹੀ ਹੋਵੇ, ਤੁਸੀਂ ਦੇਖੋਗੇ ਕਿ ਜ਼ਿਆਦਾਤਰ ਲੋਕ ਬਾਹਰਲੀ ਦੁਨੀਆ ਵਿੱਚ ਜਿਉਂਦੇ ਹਨ। ਬਹਰਹਾਲ, ਜ਼ਿਆਦਾ ਗਿਆਨੀ ਲੋਕ ਆਪਣੀ ਅੰਦਰਲੀ ਦੁਨੀਆ ਵਿੱਚ ਜਿਉਂਦੇ ਹਨ। ਉਹਨਾਂ ਨੂੰ ਇਹ ਅਹਿਸਾਸ ਹੈ, ਜਿਹੜਾ ਤੁਹਾਡਾ ਵੀ ਹੋਵੇਗਾ, ਕਿ ਅੰਦਰਲੀ ਦੁਨੀਆ ਤੋਂ ਹੀ ਬਾਹਰਲੀ ਦੁਨੀਆ ਉਤਪੰਨ ਹੁੰਦੀ ਹੈ। ਤੁਹਾਡੇ ਵਿਚਾਰ, ਭਾਵਨਾਵਾਂ ਅਤੇ ਸੁਪਨੇ ਤੁਹਾਡੇ ਅਨੁਭਵ ਦੇ ਜਨਕ ਹਨ। ਆਂਤਰਿਕ ਮਨ ਹੀ ਇੱਕਮਾਤਰ ਰਚਨਾਤਮਕ ਸ਼ਕਤੀ ਹੈ। ਬਾਹਰਲੇ ਸੰਸਾਰ ਵਿੱਚ ਤੁਹਾਨੂੰ ਜਿੰਨੀਆਂ ਵੀ ਚੀਜ਼ਾਂ ਮਿਲਦੀਆਂ ਹਨ, ਉਹ ਸਾਰੀਆਂ ਆਪਣੇ ਮਨ ਦੇ ਅੰਦਰੂਨੀ ਸੰਸਾਰ ਵਿੱਚ ਉਤਪੰਨ ਕੀਤੀਆਂ ਹੋਈਆਂ ਹਨ, ਭਾਵੇਂ ਤੁਸੀਂ ਇਹ ਕੰਮ ਚੇਤਨ ਤੌਰ 'ਤੇ ਕੀਤਾ ਹੋਵੇ ਜਾਂ ਅਵਚੇਤਨ ਤੌਰ 'ਤੇ। ਜਦ ਤੁਸੀਂ ਆਪਣੇ ਚੇਤਨ ਅਤੇ ਅਵਚੇਤਨ ਮਨ ਦੀ ਆਪਸੀ ਕਾਰਜਵਿਧੀ ਦੇ ਬਾਰੇ ਸੱਚਾਈ ਜਾਣ ਲਵੋਗੇ ਤਾਂ ਤੁਸੀਂ ਜੀਵਨ ਦੀ ਕਾਇਆ ਪਲਟ ਕਰਨ ਵਿੱਚ ਕਾਮਯਾਬ ਹੋ ਜਾਵੋਗੇ। ਜੇਕਰ ਤੁਸੀਂ ਬਾਹਰਲੀ ਸਥਿਤੀਆਂ ਨੂੰ ਬਦਲਣਾ ਚਾਹੁੰਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਕਾਰਨਾਂ ਨੂੰ ਬਦਲਣਾ ਹੋਵੇਗਾ। ਜ਼ਿਆਦਾਤਰ ਲੋਕ ਪਰਿਸਥਿਤੀਆਂ ਅਤੇ ਸਥਿਤੀਆਂ ਨਾਲ ਸੰਘਰਸ਼ ਕਰਕੇ ਉਹਨਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਸਮਾਂ ਅਤੇ ਮਿਹਨਤ ਦੀ ਭਿਅੰਕਰ ਬਰਬਾਦੀ ਹੈ। ਉਹ ਇਹ ਨਹੀਂ ਦੇਖ ਪਾਉਂਦੇ ਕਿ ਇਹ ਸਥਿਤੀਆਂ ਅਤੇ ਹਾਲਾਤ ਕਿੰਨਾਂ ਕਾਰਨਾਂ ਤੋਂ ਉਤਪੰਨ ਹੋਏ ਹਨ। ਆਪਣੇ ਜੀਵਨ ਨਾਲ ਮਨਮੁਟਾਵ, ਦੁਚਿੱਤੀ, ਘਾਟ ਅਤੇ ਸੀਮਾ ਨੂੰ ਦੂਰ ਕਰਨ ਲਈ ਤੁਹਾਨੂੰ ਉਸ ਦੇ ਮੂਲ ਕਾਰਨ ਨੂੰ ਦੂਰ ਕਰਨਾ ਹੋਵੇਗਾ। ਕਾਰਨ ਹੈ ਉਹ ਤਰੀਕਾ, ਉਹ ਢੰਗ ਜਿਸ ਨਾਲ ਤੁਸੀਂ ਇਸ ਨੂੰ ਭਰਦੇ ਹੋ। ਕਾਰਨਾਂ ਨੂੰ ਬਦਲ ਦਿਓ, ਨਤੀਜੇ ਆਪਣੇ ਆਪ ਬਦਲ ਜਾਣਗੇ। ਇਹ ਇੰਨਾ ਹੀ ਸੌਖਾ ਹੈ। ਅਸੀਂ ਸਾਰੇ ਅਸੀਮ ਦੌਲਤ ਦੇ ਅਥਾਹ ਸਮੁੰਦਰ ਵਿੱਚ ਰਹਿੰਦੇ ਹਾਂ। ਤੁਹਾਡਾ ਅਵਚੇਤਨ ਮਨ ਤੁਹਾਡੇ ਚੇਤਨ ਵਿਚਾਰਾਂ ਪ੍ਰਤੀ ਬੜਾ ਸੰਵੇਦਨਸ਼ੀਲ ਹੁੰਦਾ ਹੈ। ਇਹ ਚੇਤਨ ਵਿਚਾਰ ਸਾਂਚੇ ਵਾਂਗ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ ਤੁਹਾਡੇ ਅਵਚੇਤਨ ਦਾ ਅਸੀਮ ਗਿਆਨ, ਬੁੱਧੀ, ਜੀਵਨ ਸ਼ਕਤੀ ਅਤੇ ਊਰਜਾ ਪ੍ਰਵਾਹਿਤ ਹੁੰਦੀ ਹੈ। ਜੇਕਰ ਤੁਸੀਂ ਸਾਂਚੇ ਨੂੰ ਜ਼ਿਆਦਾ ਸਕਾਰਾਤਮਕ ਬਣਾ ਦਿਓਗੇ ਤਾਂ ਤੁਹਾਨੂੰ ਇਸ ਅਸੀਮ ਊਰਜਾ ਤੋਂ ਜ਼ਿਆਦਾ ਮੁਨਾਫਾ ਮਿਲ ਸਕਦਾ ਹੈ। ਇਸ ਪੁਸਤਕ ਦਾ ਹਰ ਅਧਿਆਇ ਸੱਚੇ ਤੇ ਪ੍ਰਸੰਗਕ ਉਦਾਹਰਨ ਦੇ ਕੇ ਦੱਸਦਾ ਹੈ ਕਿ ਤੁਸੀਂ ਅਵਚੇਤਨ ਮਨ ਦੇ ਨਿਯਮਾਂ ਨੂੰ ਕਿਸ ਤਰ੍ਹਾਂ ਲਾਗੂ ਕਰ ਸਕਦੇ ਹੋ। ਜਦ ਤੁਸੀਂ ਇਹਨਾਂ ਤਕਨੀਕਾਂ ਦਾ ਪ੍ਰਯੋਗ ਕਰਨਾ ਸਿੱਖ ਲਵੋਗੇ ਤਾਂ ਤੁਸੀਂ ਗਰੀਬੀ ਦੀ ਬਜਾਏ ਅਮੀਰੀ, ਅੰਧ ਵਿਸ਼ਵਾਸ ਅਤੇ ਅਗਿਆਨ ਦੀ ਬਜਾਏ ਬੁੱਧੀਮਾਨ, ਆਂਤਰਿਕ ਸੰਘਰਸ਼ ਦੇ ਬਜਾਏ ਸ਼ਾਂਤੀ, ਅਸਫਲਤਾ ਦੀ ਥਾਂ ਸਫਲਤਾ, ਦੁੱਖ ਦੀ ਜਗ੍ਹਾ ਖੁਸ਼ੀ, ਹਨੇਰੀ ਦੀ ਥਾਂ ਪ੍ਰਕਾਸ਼, ਮਤਭੇਦ ਦੀ ਥਾਂ ਸਦਭਾਵ, ਡਰ ਦੇ ਬਜਾਏ ਆਤਮ ਵਿਸ਼ਵਾਸ ਅਤੇ ਆਸਥਾ ਦਾ ਅਨੁਭਵ ਕਰਨ ਲੱਗੋਗੇ ਕਿ ਇਹਨਾਂ ਤੋਂ ਅਦਭੁਤ ਵਰਦਾਨ ਹੋ ਸਕਦੇ ਹਨ। ਜ਼ਿਆਦਾਤਰ ਮਹਾਨ ਵਿਗਿਆਨਕਾਂ, ਕਲਾਕਾਰਾਂ, ਕਵੀਆਂ, ਗਾਇਕਾਂ, ਲੇਖਕਾਂ ਅਤੇ
ਅਵਿਸ਼ਕਾਰਾਂ ਨੂੰ ਚੇਤਨ ਅਤੇ ਅਵਚੇਤਨ ਮਨ ਦੀ ਕਾਰਜਵਿਧੀ ਦੀ ਡੂੰਘੀ ਸਮਝ ਸੀ। ਇਸੇ ਕਰਕੇ ਉਹਨਾਂ ਨੂੰ ਆਪਣੇ ਨਿਸ਼ਾਨੇ ਹਾਸਲ ਕਰਨ ਦੀ ਸ਼ਕਤੀ ਮਿਲੀ। ਇੱਕ ਵਾਰ ਮਹਾਨ ਆਪੇਰਾ ਗਾਇਕ ਐਨਰੀਕੋ ਕੈਰੂਸੋ ਸਟੇਜ ਉੱਤੇ ਜਾਣ ਤੋਂ ਘਬਰਾ ਰਹੇ ਸਨ। ਡਰ ਦੇ ਮਾਰੇ ਉਹਨਾਂ ਦੇ ਸੰਘ ਦੀ ਮਾਸਪੇਸ਼ੀਆਂ ਆਕੜ ਗਈਆਂ ਸਨ। ਇੰਜ ਲੱਗ ਰਿਹਾ ਸੀ ਜਿਵੇਂ ਉਹਨਾਂ ਦੇ ਵਾਕ ਤੰਤੂਆਂ ਨੂੰ ਲਕਵਾ ਮਾਰ ਗਿਆ ਹੋਵੇ ਅਤੇ ਉਹ ਬੇਕਾਰ ਹੋ ਗਏ ਹੋਣ। ਉਹ ਸਟੇਜ ਦੇ ਪਿੱਛੇ ਗਾਇਕ ਦੀ ਪੋਸ਼ਾਕ ਪਾ ਕੇ ਖੜੇ ਹੋਏ ਸਨ ਅਤੇ ਉਹਨਾਂ ਦੇ ਚਿਹਰੇ ਉੱਪਰ ਪਸੀਨਾ ਵਗ ਰਿਹਾ ਸੀ। ਕੁਝ ਹੀ ਪਲਾਂ ਬਾਅਦ ਉਹਨਾਂ ਨੂੰ ਹਜ਼ਾਰਾਂ ਪ੍ਰਸ਼ੰਸਕਾਂ ਦੀ ਭੀੜ ਦੇ ਸਾਹਮਣੇ ਸਟੇਜ ਉੱਤੇ ਜਾ ਕੇ ਗਾਣਾ ਸੀ। ਕੰਬਦਿਆਂ ਹੋਇਆਂ ਉਹਨਾਂ ਨੇ ਕਿਹਾ, ਮੈਂ ਗਾ ਨਹੀਂ ਸਕਦਾ, ਸਾਰੇ ਲੋਕ ਮੇਰੇ ਉੱਤੇ ਹੱਸਣਗੇ, ਮੇਰਾ ਕੈਰੀਅਰ ਖਤਮ ਹੋ ਗਿਆ। ਉਹ ਆਪਣੇ ਡਰਾਇੰਗ ਰੂਮ ਵਿੱਚ ਜਾਣ ਲਈ ਮੁੜੇ। ਤਦੋਂ ਅਚਨਚੇਤ ਹੀ ਉਹ ਰੁਕ ਕੇ ਚੀਕੇ, ਨਿੱਕਾ, ਮੈਂ ਮੇਰੇ ਅੰਦਰ ਦੇ ਵੱਡੇ ਮੈਂ ਦਾ ਸੰਘ ਘੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹ ਦੁਬਾਰਾ ਸਟੇਜ ਵੱਲ ਮੁੜੇ ਅਤੇ ਤਣ ਕੇ ਖੜੇ ਹੋ ਗਏ। ਉਹਨਾਂ ਨੇ ਨਿੱਕੇ ਮੈਂ ਨੂੰ ਆਦੇਸ਼ ਦਿੱਤਾ, ਬਾਹਰ ਨਿਕਲ ਜਾਓ, ਵੱਡਾ ਮੈਂ ਗਾਣਾ ਚਾਹੁੰਦਾ ਹਾਂ। ਵੱਡੇ ਮੈਂ ਤੋਂ ਕੈਰੂਸੋ ਦਾ ਮਤਲਬ ਆਪਣੇ ਅਵਚੇਤਨ ਮਨ ਦੀ ਅਸੀਮ ਸ਼ਕਤੀਆਂ ਅਤੇ ਬੁੱਧੀ ਨਾਲ ਸੀ। ਉਹ ਚੀਕਣ ਲੱਗੇ, ਬਾਹਰ ਨਿਕਲ ਜਾਓ, ਬਾਹਰ ਨਿਕਲ ਜਾਓ, ਵੱਡਾ ਮੈਂ ਗਾਣ ਵਾਲਾ ਹੈ। ਅਵਚੇਤਨ ਮਨ ਨੇ ਪ੍ਰਤੀਕਿਰਿਆ ਕਰਦਿਆਂ ਉਹਨਾਂ ਦੇ ਅੰਦਰ ਅਸੀਮ ਸ਼ਕਤੀਆਂ ਨੂੰ ਮੁਕਤ ਕਰ ਦਿੱਤਾ। ਸਮਾਂ ਆਉਣ 'ਤੇ ਉਹ ਸਟੇਜ ਉੱਤੇ ਗਏ ਅਤੇ ਉਹਨਾਂ ਨੇ ਸ਼ਾਨਦਾਰ ਢੰਗ ਨਾਲ ਗਾਇਆ, ਜਿਸ ਨਾਲ ਸਰੋਤੇ ਮੰਤਰ ਮੁਕਤ ਹੋ ਗਏ। ਤੁਸੀਂ ਹੁਣ ਤਾਈਂ ਜੋ ਸਿੱਖਿਆ ਹੈ ਉਸ ਨਾਲ ਤੁਸੀਂ ਸਮਝ ਸਕਦੇ ਹੋ ਕਿ ਕੈਰੂਸੋ ਮਸਤਿਸ਼ਕ ਦੇ ਦੋ ਸਤਰਾਂ ਨੂੰ ਸਮਝਦੇ ਸੀ, ਚੇਤਨ ਜਾਂ ਤਾਰਕਿਕ ਸਤਰ ਅਤੇ ਅਵਚੇਤਨ ਜਾਂ ਅਤਾਰਕਿਕ ਸਤਰ। ਤੁਹਾਡਾ ਅਵਚੇਤਨ ਮਨ ਪ੍ਰਤੀਕਿਰਿਆਸ਼ੀਲ ਹੈ, ਤੁਹਾਡੇ ਵਿਚਾਰਾਂ ਦੀ ਪ੍ਰਕਿਰਤੀ ਦੇ ਅਨੁਰੂਪ ਪ੍ਰਤੀਕਿਰਿਆ ਕਰਦਾ ਹੈ। ਜਦੋਂ ਤੁਹਾਡਾ ਚੇਤਨ ਮਨ ਕੈਰੂਸੋ ਦਾ ਨਿੱਕਾ ਮੈਂ ਡਰ, ਚਿੰਤਾ ਅਤੇ ਤਣਾਅ ਨਾਲ ਭਰਿਆ ਹੁੰਦਾ ਹੈ ਤਾਂ ਤੁਹਾਡਾ ਅਵਚੇਤਨ ਮਨ ਵੱਡੇ ਮੈਂ ਵਿੱਚ ਨਕਾਰਾਤਮਕ ਭਾਵ ਪ੍ਰਵਾਹਿਤ ਹੋਣ ਲੱਗਦੇ ਹਨ। ਇਹ ਨਕਾਰਾਤਮਕ ਭਾਵ ਚੇਤਨ ਮਨ ਵਿੱਚ ਦਹਿਸ਼ਤ, ਦੁਚਿੱਤੀ ਅਤੇ ਨਿਰਾਸ਼ਾ ਭਰ ਦਿੰਦੇ ਹਨ। ਜਦੋਂ ਤੁਹਾਡੇ ਨਾਲ ਇਸ ਤਰ੍ਹਾਂ ਹੋਵੇ ਤਾਂ ਤੁਸੀਂ ਵੀ ਮਹਾਨ ਕੈਰੂਸੋ ਦੇ ਉਦਾਹਰਣ 'ਤੇ ਅਮਲ ਕਰ ਸਕਦੇ ਹੋ। ਤੁਸੀਂ ਦ੍ਰਿੜਤਾ ਅਤੇ ਪੂਰੇ ਅਧਿਕਾਰ ਨਾਲ ਆਪਣੇ ਵਧੀਕ ਡੂੰਘੇ ਮਨ ਵਿੱਚ ਉਤਪੰਨ ਅਤਾਰਕਿਕ ਭਾਵਾਂ ਨੂੰ ਕਹਿ ਸਕਦੇ ਹੋ, ਚੁੱਪ ਰਹੋ, ਸ਼ਾਂਤ ਹੋ ਜਾਓ, ਮੈਂ ਕਾਬੂ ਵਿੱਚ ਹਾਂ। ਤੁਹਾਨੂੰ ਮੇਰੇ ਹੁਕਮ ਦੀ ਪਾਲਣਾ ਕਰਨੀ ਹੋਵੇਗੀ। ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰਨ ਲਈ ਮਜਬੂਰ ਹੋ। ਤੁਸੀਂ ਉੱਥੇ ਦਖਲ ਨਹੀਂ ਦੇ ਸਕਦੇ ਜਿੱਥੇ ਤੁਹਾਡਾ ਖੇਤਰ ਨਹੀਂ ਹੈ। ਜਦੋਂ ਤੁਸੀਂ ਆਪਣੇ ਵਧੀਕ ਡੂੰਘੇ ਸਰੂਪ ਦੀ ਅਤਾਰਕਿਕ ਭਾਵਨਾਵਾਂ ਨੂੰ ਦ੍ਰਿੜਤਾ ਅਤੇ ਅਧਿਕਾਰ ਨਾਲ ਇਹ ਬੋਲੋਗੇ ਤਾਂ ਨਤੀਜਾ ਦੇਖ ਕੇ ਤੁਸੀਂ ਕੀਲੇ ਜਾਵੋਗੇ। ਤੁਹਾਡਾ ਮਨ ਸ਼ਾਂਤੀ ਅਤੇ ਸਦਭਾਵ ਨਾਲ ਭਰ ਜਾਵੇਗਾ। ਅਵਚੇਤਨ ਮਨ ਚੇਤਨ ਮਨ ਦੇ ਅਧੀਨ ਰਹਿੰਦਾ ਹੈ, ਇਸ ਲਈ ਇਸ ਨੂੰ ਅਵਚੇਤਨ ਕਿਹਾ ਜਾਂਦਾ ਹੈ। ਕਾਰਜਵਿਧੀ ਦਾ ਵੱਡਾ ਅੰਤਰ। ਚੇਤਨ ਮਨ ਸਮੁੰਦਰੀ ਜਹਾਜ਼ ਦਾ ਕਪਤਾਨ ਹੈ। ਉਹ ਜਹਾਜ਼ ਨੂੰ ਦਿਸ਼ਾ ਦਿੰਦਾ ਹੈ। ਉਹ ਇੰਜਨ ਰੂਮ ਦੇ ਲੋਕਾਂ ਨੂੰ ਆਦੇਸ਼ ਦਿੰਦਾ ਹੈ। ਤਾਂ ਹੀ ਉਹ ਬਾਇਲਰ, ਯੰਤਰਾਂ ਅਤੇ ਬਾਕੀ ਉਪਕਰਨਾਂ ਨੂੰ ਕਾਬੂ ਵਿੱਚ ਕਰਦੇ ਹਨ। ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਕਿੱਥੇ ਜਾ ਰਹੇ ਹਨ। ਉਹ ਤਾਂ ਸਿਰਫ ਕਪਤਾਨ ਦੇ ਆਦੇਸ਼ ਦਾ ਪਾਲਣ ਕਰਦੇ ਹਨ। ਜੇਕਰ ਕਪਤਾਨ ਕੰਪਾਸ ਅਤੇ ਬਾਕੀ ਯੰਤਰਾਂ ਦੇ ਆਧਾਰ 'ਤੇ ਗਲਤ ਜਾਂ ਦੋਸ਼ਪੂਰਨ ਹੁਕਮ ਜਾਰੀ ਕਰ ਦੇਵੇ ਤਾਂ ਜਹਾਜ਼ ਚਟਾਨਾਂ ਨਾਲ ਟਕਰਾ ਸਕਦਾ ਹੈ। ਇੰਜਨ ਰੂਮ ਦੇ ਲੋਕ ਕਪਤਾਨ ਦੇ ਆਦੇਸ਼ਾਂ ਦਾ ਪਾਲਣ ਕਰਨ ਲਈ ਮਜਬੂਰ ਹਨ, ਕਿਉਂਕਿ ਉਹ ਬਾਸ ਹੈ। ਕਿਉਂਕਿ ਉਸ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਉਹ ਕੀ ਕਰ ਰਿਹਾ ਹੈ। ਇਸ ਲਈ ਇੰਜਨ ਰੂਮ ਦੇ ਲੋਕ ਕਪਤਾਨ ਨਾਲ ਬਹਿਸ ਨਹੀਂ ਕਰਦੇ ਜਾਂ ਪਲਟ ਕੇ ਕੁਝ ਨਹੀਂ ਕਹਿੰਦੇ। ਉਹ ਤਾਂ ਬਸ ਚੁੱਪਚਾਪ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹਨ। ਕਪਤਾਨ ਆਪਣੇ ਜਹਾਜ਼ ਦਾ ਮਾਲਕ ਹੁੰਦਾ ਹੈ ਅਤੇ ਬਾਕੀ ਲੋਕ ਉਸ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ। ਇਸੇ ਤਰ੍ਹਾਂ ਤੁਹਾਡਾ ਚੇਤਨ ਮਨ ਤੁਹਾਡੇ ਜਹਾਜ਼ ਦਾ ਕਪਤਾਨ ਅਤੇ ਮਾਲਕ ਹੁੰਦਾ ਹੈ। ਤੁਹਾਡਾ ਸਰੀਰ, ਤੁਹਾਡਾ ਆਸਾ-ਪਾਸਾ ਅਤੇ ਤੁਹਾਡੇ ਨਾਲ ਜੁੜੇ ਸਾਰੇ ਮਾਮਲਿਆਂ ਦਾ। ਚੇਤਨ ਮਨ ਤੁਹਾਡੇ ਵਿਸ਼ਵਾਸ ਅਤੇ ਅਨੁਮਾਨਾਂ ਦੇ ਆਧਾਰ 'ਤੇ ਆਦੇਸ਼ ਦਿੰਦਾ ਹੈ ਅਤੇ ਤੁਹਾਡਾ ਅਵਚੇਤਨ ਮਨ ਚੁੱਪਚਾਪ ਉਹਨਾਂ ਆਦੇਸ਼ਾਂ ਨੂੰ ਮੰਨ ਲੈਂਦਾ ਹੈ। ਇਹ ਆਦੇਸ਼ ਉੱਤੇ ਸਵਾਲ ਨਹੀਂ ਕਰਦਾ ਜਾਂ ਇਹ ਨਹੀਂ ਪੁੱਛਦਾ
ਕਿ ਉਹ ਕਿਸ ਆਧਾਰ ਤੇ ਦਿੱਤੇ ਜਾ ਰਹੇ ਹਨ। ਜੇਕਰ ਤੁਸੀਂ ਆਪਣੇ ਆਪ ਨੂੰ ਵਾਰ-ਵਾਰ ਕਹੋ ਮੇਰੇ ਕੋਲ ਇਸ ਚੀਜ਼ ਨੂੰ ਖਰੀਦਣ ਦੇ ਲਈ ਪੈਸੇ ਨਹੀਂ ਹਨ, ਤਾਂ ਤੁਹਾਡਾ ਅਵਚੇਤਨ ਮਨ ਤੁਹਾਡੀ ਗੱਲ ਨੂੰ ਮੰਨ ਲੈਂਦਾ ਹੈ। ਉਹ ਇਹ ਸੁਨਿਸ਼ਚਿਤ ਕਰ ਦਿੰਦਾ ਹੈ ਕਿ ਤੁਹਾਡੇ ਕੋਲ ਤੁਹਾਡੀ ਮਨ ਭਾਉਂਦੀ ਚੀਜ਼ ਖਰੀਦਣ ਲਈ ਕਦੇ ਪੈਸੇ ਨਾ ਹੋਣ। ਜਦੋਂ ਤਾਈਂ ਤੁਸੀਂ ਇਹ ਕਹਿੰਦੇ ਰਹੋਗੇ ਮੇਰੇ ਕੋਲ ਉਸ ਕਾਰ, ਛੁੱਟੀਆਂ, ਉਸ ਘਰ ਲਈ ਪੈਸੇ ਨਹੀਂ ਹਨ, ਤਦੋਂ ਤੱਕ ਤੁਹਾਡਾ ਅਵਚੇਤਨ ਮਨ ਤੁਹਾਡੇ ਆਦੇਸ਼ਾਂ ਦੀ ਪਾਲਣਾ ਕਰਦਾ ਰਹੇਗਾ। ਤੁਸੀਂ ਜੀਵਨ ਵਿੱਚ ਇਹਨਾਂ ਚੀਜ਼ਾਂ ਨੂੰ ਕਦੇ ਵੀ ਖਰੀਦ ਨਹੀਂ ਪਾਓਗੇ। ਤੁਸੀਂ ਸੋਚੋਗੇ ਕਿ ਇਹੋ ਜਿਹੇ ਹਾਲਾਤਾਂ ਕਾਰਨ ਹੋਇਆ ਹੈ। ਤੁਹਾਨੂੰ ਇਹ ਲੱਗੇਗਾ ਹੀ ਨਹੀਂ ਕਿ ਤੁਹਾਡੇ ਆਪਣੇ ਨਕਾਰਾਤਮਕ ਵਿਚਾਰਾਂ ਕਾਰਨ ਇਹ ਹਾਲਤ ਤੁਸੀਂ ਆਪ ਬਣਾਏ ਹਨ। ਪਿਛਲੇ ਕ੍ਰਿਸਮਸ ਈਵ ਉੱਤੇ ਨੰਨਾ ਡਬਲਿਊ ਨਾਂ ਦੀ ਇੱਕ ਕੁੜੀ, ਜਿਹੜੀ ਦੱਖਣੀ ਕੈਲੀਫੋਰਨੀਆ ਯੂਨੀਵਰਸਿਟੀ ਦੀ ਵਿਦਿਆਰਥਣ ਹੈ, ਬੈਵਰਲੀ ਹਿਲਜ਼ ਦੇ ਇੱਕ ਬਿਹਤਰੀਨ ਸ਼ਾਪਿੰਗ ਇਲਾਕੇ ਤੋਂ ਗੁਜ਼ਰ ਰਹੀ ਸੀ। ਉਸ ਦੇ ਮਨ ਵਿੱਚ ਤਾਂਘ ਸੀ। ਉਹ ਬਫੈਲੋ, ਨਿਊਯਾਰਕ ਵਿੱਚ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਜਾਣ ਵਾਲੀ ਸੀ। ਜਦੋਂ ਨੀਨਾ ਇੱਕ ਦੁਕਾਨ ਦੇ ਕੋਲੋਂ ਲੰਘੀ ਤਾਂ ਉਸ ਦੀ ਨਜ਼ਰ ਡਿਸਪਲੇ ਵਿੰਡੋ 'ਤੇ ਰੱਖੇ ਹੋਏ ਇੱਕ ਸੁੰਦਰ ਸਪੈਨਿਸ਼ ਲੈਦਰ ਬੈਗ ਉੱਤੇ ਪਈ। ਉਸਨੇ ਉਸ ਨੂੰ ਹਸਰਤ ਭਰੀ ਨਜ਼ਰ ਨਾਲ ਤੱਕਿਆ, ਫਿਰ ਮੁੱਲ ਦੇਖਦੇ ਸਾਰ ਹੀ ਉਹਦੇ ਮੂੰਹੋਂ ਆ ਨਿਕਲ ਗਈ। ਉਹ ਆਪਣੇ ਆਪ ਨੂੰ ਕਹਿਣ ਵਾਲੀ ਸੀ, ਮੈਂ ਇੰਨਾ ਮਹਿੰਗਾ ਬੈਗ ਕਦੇ ਖਰੀਦ ਨਹੀਂ ਪਾਵਾਂਗੀ। ਉਸੇ ਵੇਲੇ ਉਸ ਨੂੰ ਮੇਰੇ ਲੈਕਚਰ ਦਾ ਇਹ ਵਾਕ ਯਾਦ ਆਇਆ, ਕਦੇ ਵੀ ਕਿਸੇ ਨਕਾਰਾਤਮਕ ਵਾਕ ਨੂੰ ਪੂਰਾ ਨਾ ਹੋਣ ਦਿਓ। ਇਸ ਨੂੰ ਇੱਕਦਮ ਉਲਟਾ ਕੇ ਸਕਾਰਾਤਮਕ ਕਰ ਦਿਓ ਅਤੇ ਤੁਹਾਡੇ ਜੀਵਨ ਵਿੱਚ ਚਮਤਕਾਰ ਹੋ ਜਾਵੇਗਾ। ਕੱਚ ਦੇ ਪਾਰ ਪਏ ਬੈਗ ਨੂੰ ਘੂਰਦਿਆਂ ਉਸਨੇ ਕਿਹਾ, ਇਹ ਬੈਗ ਮੇਰਾ ਹੈ, ਇਹ ਵਿਕਰੀ ਲਈ ਹੈ। ਮੈਂ ਮਾਨਸਿਕ ਤੌਰ 'ਤੇ ਸਵੀਕਾਰ ਕਰਦੀ ਹਾਂ ਕਿ ਇਹ ਮੈਨੂੰ ਮਿਲੇਗਾ ਅਤੇ ਮੇਰਾ ਅਵਚੇਤਨ ਮਨ ਇਹ ਸੁਨਿਸ਼ਚਿਤ ਕਰੇਗਾ ਕਿ ਇਹ ਮੈਨੂੰ ਮਿਲ ਜਾਵੇ। ਉਸੇ ਸ਼ਾਮ ਨੂੰ ਨੀਨਾ ਆਪਣੇ ਮੰਗੇਤਰ ਨੂੰ ਡਿਨਰ ਉੱਤੇ ਮਿਲੀ। ਉਹ ਰੈਪਰ ਵਿੱਚ ਵਲੇਟਿਆ ਇੱਕ ਸੋਹਣਾ ਤੋਹਫਾ ਲਿਆਇਆ ਸੀ। ਸਾਹ ਰੋਕ ਕੇ ਨੀਨਾ ਨੇ ਉਸ ਨੂੰ ਖੋਲ੍ਹਿਆ। ਉੱਥੇ ਉਹੀ ਲੈਦਰ ਬੈਗ ਸੀ ਜਿਸ ਨੂੰ ਉਸਨੇ ਦੁਪਹਿਰ ਨੂੰ ਦੇਖਿਆ ਸੀ ਤੇ ਆਪਣਾ ਮੰਨ ਲਿਆ ਸੀ। ਉਸਨੇ ਆਪਣੇ ਮਨ ਨੂੰ ਉਮੀਦ ਨਾਲ ਭਰ ਲਿਆ ਸੀ। ਇਸ ਤਰ੍ਹਾਂ ਉਸਨੇ ਇਸ ਮਾਮਲੇ ਨੂੰ ਵਧੀਕ ਡੂੰਘੇ ਮਨ ਭਾਵ ਅਚੇਤਨ ਮਨ ਵਿੱਚ ਪਹੁੰਚਾ ਦਿੱਤਾ ਸੀ, ਜਿਸ ਦੇ ਕੋਲ ਉਪਲਬਧੀ ਦੀ ਸ਼ਕਤੀ ਹੈ। ਬਾਅਦ ਵਿੱਚ ਨੀਨਾ ਨੇ ਮੈਨੂੰ ਦੱਸਿਆ, ਮੇਰੇ ਕੋਲ ਉਸ ਬੈਗ ਨੂੰ ਖਰੀਦਣ ਜੋਗੇ ਪੈਸੇ ਨਹੀਂ ਸਨ, ਲੇਕਿਨ ਇਸ ਦੇ ਬਾਵਜੂਦ ਇਹ ਮੈਨੂੰ ਮਿਲ ਗਿਆ। ਹੁਣ ਮੈਂ ਜਾਣ ਗਈ ਹਾਂ ਕਿ ਮੈਨੂੰ ਧਨ ਅਤੇ ਬਾਕੀ ਚੀਜ਼ਾਂ ਕਿੱਥੋਂ ਮਿਲਣਗੀਆਂ। ਉਹ ਸਾਰਾ ਕੁਝ ਮੈਨੂੰ ਆਪਣੇ ਅੰਦਰਲੇ ਸਦੀਵੀ ਖਜ਼ਾਨੇ ਤੋਂ ਮਿਲੇਗਾ। ਉਸ ਦੇ ਅਵਚੇਤਨ ਨੇ ਕਿਵੇਂ ਪ੍ਰਤੀਕਿਰਿਆ ਕੀਤੀ। ਕੁਝ ਮਹੀਨੇ ਪਹਿਲਾਂ ਮੈਨੂੰ ਰੂਥ ਨਾਂ ਦੀ ਇੱਕ ਮਹਿਲਾ ਦਾ ਪੁੱਤਰ ਮਿਲਿਆ, ਜਿਸ ਨੇ ਮੇਰੇ ਭਾਸ਼ਣ ਸੁਣੇ ਸਨ। ਉਸਨੇ ਲਿਖਿਆ ਸੀ, ਮੈਂ 75 ਵਰ੍ਹਿਆਂ ਦੀ ਇੱਕ ਵਿਧਵਾ ਹਾਂ। ਮੇਰੇ ਬੱਚੇ ਵੱਡੇ ਹੋਣ ਤੋਂ ਬਾਅਦ ਬਾਹਰ ਚਲੇ ਗਏ ਸਨ। ਮੈਂ ਇਕੱਲੀ ਰਹਿ ਰਹੀ ਸੀ ਅਤੇ ਸੋਸ਼ਲ ਸਿਕਿਉਰਿਟੀ ਅਤੇ ਥੋੜ੍ਹੀ ਜਿਹੀ ਪੈਨਸ਼ਨ ਉੱਤੇ ਗੁਜ਼ਾਰਾ ਕਰ ਰਹੀ ਸੀ। ਮੇਰਾ ਜੀਵਨ ਬੜਾ ਵਿਅਰਥ ਤੇ ਨਿਰਾਸ਼ਾਪੂਰਨ ਸੀ। ਫਿਰ ਮੈਨੂੰ ਅਵਚੇਤਨ ਮਨ ਦੀ ਸ਼ਕਤੀਆਂ ਉੱਤੇ ਤੁਹਾਡਾ ਭਾਸ਼ਣ ਯਾਦ ਆਇਆ। ਤੁਸੀਂ ਕਿਹਾ ਸੀ ਕਿ ਦੁਹਰਾਉਣ, ਆਸਥਾ ਅਤੇ ਉਮੀਦ ਰਾਹੀਂ ਅਸੀਂ ਆਪਣੇ ਵਿਚਾਰ ਅਵਚੇਤਨ ਮਨ ਤੱਕ ਪਹੁੰਚਾ ਸਕਦੇ ਹਾਂ। ਕੀ ਇਹ ਸੱਚ ਹੋ ਸਕਦਾ ਹੈ? ਮੈਂ ਅਜਮਾਉਣ ਦਾ ਫੈਸਲਾ ਲਿਆ। ਮੇਰੇ ਕੋਲ ਖੋਹਣ ਲਈ ਕੁਝ ਨਹੀਂ ਸੀ। ਮੈਂ ਵਾਰ-ਵਾਰ ਪੂਰੀ ਭਾਵਨਾ ਨਾਲ ਦੁਹਰਾਉਣ ਲੱਗੀ, ਕੋਈ ਮੈਨੂੰ ਚਾਹੁੰਦਾ ਹੈ, ਕੋਈ ਮੈਨੂੰ ਪਿਆਰ ਕਰਦਾ ਹੈ, ਮੈਂ ਵਿਆਹੁਤਾ ਹਾਂ ਅਤੇ ਮੇਰਾ ਪਤੀ ਦਿਆਲੂ, ਪ੍ਰੇਮਪੂਰਨ ਅਤੇ ਅਧਿਆਤਮਕ ਮਾਨਸਿਕਤਾ ਵਾਲਾ ਹੈ। ਮੈਂ ਸੁਰੱਖਿਅਤ ਤੇ ਸੁਖੀ ਹਾਂ। ਮੈਂ ਤਕਰੀਬਨ 2 ਹਫ਼ਤਿਆਂ ਤੱਕ ਹਰ ਦਿਨ ਇਹ ਗੱਲ ਕਈ ਵਾਰ ਦੁਹਰਾਉਂਦੀ ਰਹੀ। ਇੱਕ ਦਿਨ ਨੁੱਕੜ ਵਾਲੀ ਦਵਾਈ ਦੀ ਦੁਕਾਨ ਉੱਤੇ ਇੱਕ ਰਿਟਾਇਰਡ ਫਾਰਮਾਸਿਸਟ ਨਾਲ ਮੇਰੀ ਮੁਲਾਕਾਤ ਹੋਈ। ਉਹ ਦਿਆਲੂ, ਸਿਆਣੇ ਅਤੇ ਬੜੇ ਧਾਰਮਿਕ ਸਨ। ਉਹ ਮੇਰੀ ਪ੍ਰਾਰਥਨਾ ਦਾ ਆਦਰਸ਼ ਜਵਾਬ ਸਨ। 1 ਹਫ਼ਤੇ ਦੇ ਅੰਦਰ ਹੀ ਉਹਨਾਂ ਨੇ ਮੇਰੇ ਸਾਹਮਣੇ ਵਿਆਹ ਦੀ ਪੇਸ਼ਕਸ਼ ਕੀਤੀ। ਇਸ ਵੇਲੇ ਅਸੀਂ ਯੂਰਪ ਵਿੱਚ ਹਨੀਮੂਨ ਮਨਾ ਰਹੇ ਹਾਂ। ਮੈਂ ਜਾਣਦੀ ਹਾਂ ਕਿ ਮੇਰੇ ਅਵਚੇਤਨ ਮਨ ਦੀ ਬੁੱਧੀਮੱਤਾ ਹੀ ਸਾਨੂੰ ਦੋਹਾਂ ਨੂੰ ਇੰਨਾ ਨਜ਼ਦੀਕ ਲਿਆਈ। ਰੂਥ ਨੇ ਪਾਇਆ ਕਿ ਖਜ਼ਾਨਾ ਉਸ ਦੇ ਅੰਦਰ ਸੀ। ਉਸ ਦੀ ਪ੍ਰਾਰਥਨਾ ਉਸ ਦੇ ਦਿਲ ਨੂੰ ਸੱਚੀ ਲੱਗੀ ਅਤੇ ਉਸ ਦੀ ਸਕਾਰਾਤਮਕਤਾ ਉਸ ਦੇ ਅਵਚੇਤਨ ਮਨ ਵਿੱਚ ਉਤਰ ਗਈ, ਜਿਹੜੀ ਰਚਨਾਤਮਕ ਸਾਧਨ ਹੈ। ਜਿਸ ਪਲ ਉਸ ਨੇ ਦ੍ਰਿੜਤਾ ਨਾਲ ਇਹ ਤਸਵੀਰ ਦੇਖੀ, ਉਸ ਦੇ ਅਵਚੇਤਨ ਮਨ ਨੇ ਆਕਰਸ਼ਣ ਦੇ ਨਿਯਮ ਰਾਹੀਂ ਜਵਾਬ ਖੋਜ ਲਿਆ।
ਬੁੱਧੀਮਾਨੀ ਅਤੇ ਸਿਆਣਪ ਨਾਲ ਭਰਿਆ। ਅਵਚੇਤਨ ਮਨ ਉਸ ਨੂੰ ਅਤੇ ਉਸ ਦੇ ਨਵੇਂ ਪਤੀ ਨੂੰ ਇੱਕੋ ਵਾਰੀ ਨਾਲ ਲੈ ਆਇਆ। ਤੁਸੀਂ ਇਸ ਬਾਰੇ ਜ਼ਰੂਰ ਸੋਚੋ। ਜਿਹੜੀਆਂ ਵੀ ਚੀਜ਼ਾਂ ਸੱਚੀਆਂ ਹਨ, ਜਿਹੜੀਆਂ ਵੀ ਚੀਜ਼ਾਂ ਇਮਾਨਦਾਰ ਹਨ, ਜਿਹੜੀਆਂ ਵੀ ਚੀਜ਼ਾਂ ਨਿਆਂਪੂਰਨ ਹਨ, ਜਿਹੜੀਆਂ ਵੀ ਚੀਜ਼ਾਂ ਸ਼ੁੱਧ ਹਨ, ਜਿਹੜੀਆਂ ਵੀ ਚੀਜ਼ਾਂ ਪਿਆਰੀਆਂ ਹਨ, ਜਿਹੜੀਆਂ ਵੀ ਚੀਜ਼ਾਂ ਚੰਗੀਆਂ ਹਨ, ਜੇਕਰ ਕੋਈ ਆਸਥਾ ਹੈ ਅਤੇ ਜੇਕਰ ਕੋਈ ਸ਼ਲਾਘਾ ਹੈ ਤਾਂ ਇਹਨਾਂ ਚੀਜ਼ਾਂ ਬਾਰੇ ਸੋਚੋ। ਯਾਦ ਰੱਖਣ ਲਾਇਕ ਵਿਚਾਰ। ਨੰਬਰ 1, ਖਜ਼ਾਨਾ ਤੁਹਾਡੇ ਅੰਦਰ ਹੈ। ਆਪਣੀ ਦਿਲੀ ਇੱਛਾ ਦਾ ਜਵਾਬ ਅੰਦਰੋਂ ਖੋਜੋ। ਨੰਬਰ 2, ਸਾਰੇ ਯੁੱਗਾਂ ਦੇ ਮਹਾਨ ਵਿਅਕਤੀਆਂ ਦਾ ਮਹਾਨ ਰਹੱਸ ਇਹ ਸੀ ਕਿ ਉਹਨਾਂ ਵਿੱਚ ਆਪਣੇ ਅਵਚੇਤਨ ਮਨ ਦੀ ਸ਼ਕਤੀਆਂ ਨਾਲ ਸੰਪਰਕ ਕਰਨ ਅਤੇ ਉਹਨਾਂ ਨੂੰ ਮੁਕਤ ਕਰਨ ਦੀ ਯੋਗਤਾ ਸੀ। ਤੁਸੀਂ ਵੀ ਇੰਜ ਕਰ ਸਕਦੇ ਹੋ। ਨੰਬਰ 3, ਤੁਹਾਡੇ ਅਵਚੇਤਨ ਮਨ ਕੋਲ ਸਾਰੀਆਂ ਸਮੱਸਿਆਵਾਂ ਦਾ ਜਵਾਬ ਹੈ। ਜੇਕਰ ਤੁਸੀਂ ਸੌਣ ਤੋਂ ਪਹਿਲਾਂ ਅਵਚੇਤਨ ਮਨ ਨੂੰ ਕਹੋ, ਮੈਂ ਸਵੇਰੇ 6 ਵਜੇ ਉੱਠਣਾ ਚਾਹੁੰਦਾ ਹਾਂ, ਤਾਂ ਇਹ ਤੁਹਾਨੂੰ ਠੀਕ ਸਮੇਂ 'ਤੇ ਜਗਾ ਦਿੰਦਾ ਹੈ। ਨੰਬਰ 4, ਤੁਹਾਡਾ ਅਵਚੇਤਨ ਮਨ ਤੁਹਾਡੇ ਸਰੀਰ ਦਾ ਨਿਰਮਾਤਾ ਹੈ ਅਤੇ ਤੁਹਾਡਾ ਉਪਚਾਰ ਕਰ ਸਕਦਾ ਹੈ। ਹਰ ਰਾਤ ਆਦਰਸ਼ ਸਿਹਤ ਦੇ ਵਿਚਾਰਾਂ ਨਾਲ ਸੌਣ ਜਾਓ ਅਤੇ ਤੁਹਾਡਾ ਵਫਾਦਾਰ ਸੇਵਕ ਭਾਵ ਅਵਚੇਤਨ ਮਨ ਤੁਹਾਡੇ ਆਦੇਸ਼ ਦੀ ਪਾਲਣਾ ਕਰੇਗਾ। ਨੰਬਰ 5, ਹਰ ਵਿਚਾਰ ਇੱਕ ਕਾਰਨ ਹੈ ਅਤੇ ਹਰ ਪ੍ਰਸਥਿਤੀ ਇੱਕ ਨਤੀਜਾ ਹੈ। ਨੰਬਰ 6, ਜੇਕਰ ਤੁਸੀਂ ਪੁਸਤਕ ਲਿਖਣਾ ਚਾਹੁੰਦੇ ਹੋ, ਵਧੀਆ ਨਾਟਕ ਲਿਖਣਾ ਚਾਹੁੰਦੇ ਹੋ, ਆਪਣੇ ਸਰੋਤਿਆਂ ਦੇ ਸਾਹਮਣੇ ਵਧੀਆ ਭਾਸ਼ਣ ਦੇਣਾ ਚਾਹੁੰਦੇ ਹੋ, ਤਾਂ ਇਹ ਵਿਚਾਰ ਭਾਵਨਾ ਅਤੇ ਪ੍ਰੇਮ ਨਾਲ ਆਪਣੇ ਅਵਚੇਤਨ ਮਨ ਤੱਕ ਪਹੁੰਚਾ ਦਿਓ। ਉਹ ਇਸ ਉੱਤੇ ਇਸ ਦੇ ਅਨੁਰੂਪ ਪ੍ਰਤੀਕਿਰਿਆ ਕਰੇਗਾ। ਨੰਬਰ 7, ਤੁਸੀਂ ਜਹਾਜ਼ ਦੇ ਕਪਤਾਨ ਵਾਂਗ ਹੋ। ਤੁਹਾਨੂੰ ਸਹੀ ਨਿਰਦੇਸ਼ ਦੇਣੇ ਹੋਣਗੇ, ਨਹੀਂ ਤਾਂ ਜਹਾਜ਼ ਦੁਰਘਟਨਾਗ੍ਰਸਤ ਹੋ ਜਾਵੇਗਾ। ਇਸੇ ਤਰ੍ਹਾਂ ਤੁਹਾਨੂੰ ਆਪਣੇ ਅਵਚੇਤਨ ਮਨ ਨੂੰ ਸਹੀ ਆਦੇਸ਼, ਵਿਚਾਰ ਤੇ ਤਸਵੀਰਾਂ ਦੇਣੇ ਹੋਣਗੇ, ਜਿਹੜੇ ਤੁਹਾਡੇ ਸਾਰੇ ਅਨੁਭਵਾਂ ਨੂੰ ਕਾਬੂ ਕਰਦਾ ਹੈ। ਨੰਬਰ 8, ਇਸ ਤਰ੍ਹਾਂ ਦੇ ਵਾਕਾਂ ਦਾ ਪ੍ਰਯੋਗ ਕਦੇ ਨਾ ਕਰੋ, ਮੇਰੇ ਕੋਲ ਇਸ ਦੇ ਲਈ ਪੈਸੇ ਨਹੀਂ ਹਨ ਜਾਂ ਮੈਂ ਇਹ ਕੰਮ ਕਰ ਨਹੀਂ ਸਕਦਾ। ਤੁਸੀਂ ਜੋ ਸੋਚਦੇ ਹੋ, ਤੁਹਾਡਾ ਅਵਚੇਤਨ ਮਨ ਉਸੇ ਗੱਲ ਨੂੰ ਸੱਚ ਮੰਨ ਲੈਂਦਾ ਹੈ। ਉਹ ਇਹ ਸੁਨਿਸ਼ਚਿਤ ਕਰਦਾ ਹੈ ਕਿ ਤੁਹਾਡੇ ਕੋਲ ਕਦੇ ਪੈਸੇ ਨਹੀਂ ਰਹਿਣ ਜਾਂ ਉਸ ਕੰਮ ਨੂੰ ਕਰਨ ਦੀ ਸਮਰੱਥਾ ਨਾ ਰਹੇ ਜਿਹੜੀ ਕਿ ਤੁਸੀਂ ਕਰਨਾ ਚਾਹੁੰਦੇ ਹੋ। ਇਸ ਦੀ ਬਜਾਏ ਦ੍ਰਿੜਤਾ ਨਾਲ ਕਹੋ, ਮੈਂ ਆਪਣੇ ਅਵਚੇਤਨ ਮਨ ਦੀ ਸ਼ਕਤੀ ਨਾਲ ਸਾਰੇ ਕੰਮ ਕਰ ਸਕਦਾ ਹਾਂ। ਨੰਬਰ 9, ਜੀਵਨ ਦਾ ਨਿਯਮ ਵਿਸ਼ਵਾਸ ਦਾ ਨਿਯਮ ਹੈ। ਵਿਸ਼ਵਾਸ ਤੁਹਾਡੇ ਮਸਤਿਸ਼ਕ ਦਾ ਇੱਕ ਵਿਚਾਰ ਹੈ। ਉਹਨਾਂ ਚੀਜ਼ਾਂ ਵਿੱਚ ਵਿਸ਼ਵਾਸ ਨਾ ਕਰੋ ਜਿਹੜੀਆਂ ਤੁਹਾਨੂੰ ਨੁਕਸਾਨ ਜਾਂ ਸੱਟ ਪਹੁੰਚਾਉਣ। ਆਪਣੇ ਅਵਚੇਤਨ ਦੀ ਸ਼ਕਤੀਆਂ ਵਿੱਚ ਵਿਸ਼ਵਾਸ ਕਰੋ। ਇਹ ਵਿਸ਼ਵਾਸ ਰੱਖੋ ਕਿ ਉਹ ਤੁਹਾਡਾ ਉਪਚਾਰ ਕਰਨਗੀਆਂ ਅਤੇ ਪ੍ਰੇਰਿਤ ਕਰਨਗੀਆਂ, ਸ਼ਕਤੀਸ਼ਾਲੀ ਤੇ ਸਮਰਿੱਧ ਬਣਾਉਣਗੀਆਂ। ਤੁਹਾਡੇ ਵਿਸ਼ਵਾਸ ਦੇ ਅਨੁਰੂਪ ਹੀ ਤੁਹਾਨੂੰ ਮਿਲੇਗਾ। ਨੰਬਰ 10, ਆਪਣੇ ਵਿਚਾਰਾਂ ਨੂੰ ਬਦਲ ਲਓ, ਤੁਹਾਡੀ ਤਕਦੀਰ ਆਪਣੇ ਆਪ ਬਦਲ ਜਾਵੇਗੀ। ਕਿਤਾਬ ਤੁਹਾਡੇ ਅਵਚੇਤਨ ਮਨ ਦੀ ਸ਼ਕਤੀ, ਲੇਖਕ ਡਾਕਟਰ ਜੋਸਫ ਮਰਫੀ। ਤੁਸੀਂ ਸੁਣ ਰਹੇ ਸੀ ਕਿਤਾਬ ਦਾ ਪਹਿਲਾ ਭਾਗ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।